ਗੁਰੂ ਨਾਨਕ ਪਾਦ ਪਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਥ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਨ ਕਰ ਦੂਤੀ ਨ੍ਰਿਪਤ ਤਬ ਪਰਮਿਓ ਭੇਜਿਓ ਦਾਸ। ਤੂਰਨ ਆਨ ਬੁਲਾਏ ਕੈ ਦੈ ਲੇਖਾ ਮਮ ਰਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗੋ ਜੁਗ ਅਟਲ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ। ਐਸੇ ਦੀਨ ਦਿਆਲ ਸਤਿਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨੇਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਪਾਤਸ਼ਾਹ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਾਹਿਬ ਜੀ ਨੇ ਸੁਲਤਾਨਪੁਰ ਸਾਹਿਬ ਵਿਖੇ ਮੋਦੀ ਖਾਨਾ ਲੁਟਾਇਆ ਹੈ।
ਅਨੇਕਾਂ ਗਰੀਬਾਂ ਨਿਮਾਣਿਆਂ ਨਿਤਾਣਿਆਂ ਦੀਆਂ ਝੋਲੀਆਂ ਭਰੀਆਂ ਹਨ। ਉਪਰੰਤ ਸ਼ਮਸ਼ਾਨ ਭੂਮੀ ਵਿੱਚ ਆ ਕੇ ਬੈਠ ਗਏ ਨੇ। ਏਕਾਂਤ ਹੈ ਔਰ ਏਕਾਂਤ ਵਿੱਚ ਆਪਣੇ ਨਿਜ ਸਰੂਪ ਵਿੱਚ ਧਿਆਨ ਪਰਾਇਣ ਹੋਏ ਹਨ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਜਿਹੜੇ ਸਤਿਗੁਰਾਂ ਦੇ ਭੇਦ ਨੂੰ ਨਾ ਜਾਣਨ ਵਾਲੇ ਲੋਕ ਸਨ, ਉਹ ਕੁਝ ਕਹਿੰਦੇ ਐ, ਕੁਝ ਕਹਿੰਦੇ ਐ। ਗੁਰਦੇਵ ਦੀ ਸੰਗਤ ਕਰਨ ਵਾਲੇ ਸੇਵਕ ਮਹਾਰਾਜ ਜੀ ਦੀ ਮਹਿਮਾ ਨੂੰ ਜਾਣਦੇ ਹਨ। ਇੱਧਰ ਭਾਈਆ ਜੈ ਰਾਮ ਜੀ ਦਾ ਮਨ ਦੁਖੀ ਹੈ। ਘਰ ਵਿੱਚ ਦਰਵਾਜ਼ਾ ਬੰਦ ਕਰਕੇ ਅੰਦਰ ਬੈਠੇ ਰਹਿੰਦੇ ਐ। ਚੁਗਲਖੋਰਾਂ ਨੇ ਜਾ ਕੇ ਨਵਾਬ ਦੌਲਤ ਖਾਨ ਕੋਲ ਚੁਗਲੀਆਂ ਕੀਤੀਆਂ ਨੇ। ਨਵਾਬ ਸਾਹਿਬ, ਤੁਹਾਡਾ ਸਾਰਾ ਮੋਦੀ ਖਾਨਾ ਨਾਨਕ ਮੋਦੀ ਨੇ ਲੁਟਾ ਦਿੱਤਾ ਹੈ। ਹੁਣ ਉਹਦਾ ਹਿਸਾਬ ਕਿਤਾਬ ਉਹਦੇ ਰਿਸ਼ਤੇਦਾਰ ਸੰਬੰਧੀ ਭਾਈਏ ਜੈ ਰਾਮ ਕੋਲੋਂ ਲਿਆ ਜਾਵੇ। ਇਸ ਤਰ੍ਹਾਂ ਸੁਣ ਕੇ ਦੌਲਤ ਖਾਨ ਦਾ ਮਨ ਪਹਿਲਾਂ ਹੀ ਸ਼ੰਕੇ ਵਿੱਚ ਸੀ। ਮੋਦੀ ਖਾਨੇ ਦਾ ਸਾਰਾ ਹਿਸਾਬ ਕਿਤਾਬ ਜਾਣਨੇ ਵਾਸਤੇ ਭਾਈਆ ਜੈ ਰਾਮ ਜੀ ਨੂੰ ਸੱਦ ਰਿਹਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਆਦਿ ਗੁਰੂ ਜਗਤ ਗੁਰੂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। रोम रोम कोट ब्रह्मंड को निवास जास। मानस अवतार धार दर्श दिखाए हैं। जगत गुरु श्री गुरु नानक साहब जी दे पवित्र चरनां विच ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਕਰ ਦੂਤੀ ਨਿਪਤ ਤਬ ਪਰਮਿਓ ਭੇਜੇ ਉਦਾਸ। ਜਦੋਂ ਨਵਾਬ ਦੌਲਤ ਖਾਨ ਨੇ ਚੁਗਲਖੋਰਾਂ ਦੇ ਕੋਲੋਂ ਚੁਗਲੀ ਸੁਣੀ, ਮਨ 'ਚ ਭਰਮ ਗਿਆ। ਉਸੇ ਵਕਤ ਇਹਨੇ ਆਪਣਾ ਇੱਕ ਨੌਕਰ, ਆਪਣਾ ਇੱਕ ਅਹਿਲਕਾਰ ਭੇਜਿਆ ਹੈ। ਤੂਰਨ ਆਨ ਬੁਲਾਏ ਕੈ ਦੈ ਲੇਖਾ ਮਮਰਾਸ। ਕਹਿਣ ਲੱਗਾ ਕਿ ਜਾਓ ਜੈ ਰਾਮ ਨੂੰ ਸੱਦ ਕੇ ਲਿਆਓ। ਉਹਨੂੰ ਆਖੋ ਕਿ ਜਿੰਨਾ ਛੇਤੀ ਹੋ ਸਕੇ ਜਲਦੀ ਤੋਂ ਜਲਦੀ ਮੇਰੇ ਕੋਲ ਆ ਕੇ ਮੇਰੇ ਮੋਦੀ ਖਾਨੇ ਦਾ ਲੇਖਾ ਜੋਖਾ ਕਰੋ, ਮੇਰੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਕਰੋ। ਸਵਈਆ ਆਲਿਆ ਤੇ ਤਤਕਾਲ ਜੈ ਰਾਮ। ਉਸੇ ਵੇਲੇ ਸੇਵਕ ਗਿਆ, ਭਾਈਆ ਜੈ ਰਾਮ ਜੀ ਦੇ ਘਰ ਜਾ ਕੇ ਜੈ ਰਾਮ ਜੀ ਨੂੰ ਸੁਨੇਹਾ ਦਿੱਤਾ ਤੇ ਆਪਣੇ ਨਾਲ ਲਿਆ। ਬੁਲਾਏ ਕੇ ਬੋਲਤ ਦੌਲਤ ਖਾਨਾ। ਬੁਲਾ ਕੇ ਨਵਾਬ ਦੌਲਤ ਖਾਨ ਭਾਈਏ ਜੈ ਰਾਮ ਨੂੰ ਕਹਿੰਦਾ ਹੈ, ਸਾਲ ਕੋ ਲੇਖਾ ਵਿਸਾਲ ਲਖੋ ਅਬ। ਕਹਿਣ ਲੱਗਾ ਜੈ ਰਾਮ ਜੀ ਸੁਣੋ, 1 ਸਾਲ ਦਾ ਪੂਰਾ ਲੇਖਾ ਜੋਖਾ ਹੈ ਮੋਦੀ ਖਾਨੇ ਦਾ, ਜੋ ਹਾਲੇ ਤੱਕ ਨਹੀਂ ਹੋਇਆ। ਪਿੱਛੋਂ ਅੱਜ ਦੇ ਦਿਨ ਤੋਂ ਲੈ ਕੇ ਪਿੱਛੇ 1 ਸਾਲ ਤੱਕ ਦਾ ਲੇਖਾ ਜੋਖਾ, ਬੜਾ ਲੰਮਾ ਲੇਖਾ ਜੋਖਾ ਹੋ ਜਾਂਦਾ ਸਾਲ ਭਰ ਦਾ, ਉਹ ਆ ਕੇ ਮੇਰੇ ਨਾਲ ਕਰੋ। ਦੇਵੋ ਜਾਂ ਬਿਦ ਸੋ ਮਨ ਮਾਨਾ। ਜਿਸ ਪ੍ਰਕਾਰ ਨਾਲ ਤੁਹਾਡਾ ਮਨ ਮੰਨਿਆ ਉਸ ਮੁਤਾਬਕ ਆ ਕੇ ਮੇਰੇ ਕੋਲ ਲੇਖਾ ਦਿਓ। ਬਾਕੀ ਜਿਤੀ ਨਿਕਸੇ ਹਮਰੀ ਸਭ। ਜਿਹੜਾ ਮੇਰਾ ਵਾਧਾ ਵੱਧਦਾ ਹੈ ਤੋ ਟਿਗ ਲੇਵੇ ਜਾਨ ਨ ਚਾਨਾ। ਜਾਣ ਲੈ ਇੱਕ ਵਾਰੀ ਗੱਲ ਜੈ ਰਾਮ, ਕਿਤੇ ਤੇਰੇ ਮਨ 'ਚ ਭੁਲੇਖਾ ਹੋਵੇ। ਜੇ ਮੇਰੇ ਪੈਸੇ ਵੱਧਦੇ ਹੋਏ ਤਾਂ ਮੈਂ ਨਾਨਕ ਕੋਲੋਂ ਨਹੀਂ ਤੇਰੇ ਕੋਲੋਂ ਲੈਣੇ ਆ।
ਤੇਰੇ ਕੋਲੋਂ ਸਾਰਾ ਆਪਣਾ ਲੇਖਾ ਜੋਖਾ ਪੂਰਾ ਕਰਵਾਉਣਾ ਹੈ। ਘਾਟ ਕਿਦੋਂ ਵਧ ਹਾਟ ਬਟੋਰੋਂ। ਭਾਵੇਂ ਘੱਟ ਹੋਵੇ ਤੇ ਭਾਵੇਂ ਵੱਧ ਹੋਵੇ, ਉਹ ਮੈਂ ਸਭ ਕੁਝ ਦੁਕਾਨ ਦੇ ਵਿੱਚ ਬਟੋਰਾਂਗਾ, ਇਕੱਠਾ ਕਰਾਂਗਾ। ਡਾਂਟ ਕਈ ਬਚ ਰਾਟ ਇਆਨਾ। ਦੌਲਤ ਖਾਨ ਜਿਹੜਾ ਨਾ ਸਮਝ ਸੀ, ਉਹਨੇ ਥੋੜਾ ਜਿਹਾ ਤਾੜਨਾ ਭਰੇ ਬੋਲਾਂ 'ਚ ਭਾਈਏ ਜੈ ਰਾਮ ਨੂੰ ਇਹ ਗੱਲਾਂ ਕਹੀਆਂ। ਡਾਟ ਕੇ ਨਾ, ਇਆਣਾ ਸੀ, ਨਾ ਸਮਝ ਸੀ ਦੌਲਤ ਖਾਨ, ਭਾਈਏ ਜੈ ਰਾਮ ਨੂੰ ਡਾਟ ਕੇ ਉਹਨੇ ਸਾਰੇ ਸ਼ਬਦ ਕਹੇ ਵੀ ਜੇ ਮੇਰੇ ਪੈਸੇ ਵੱਧਦੇ ਹੋਏ ਮੈਂ ਉਹ ਤੁਹਾਡੇ ਕੋਲੋਂ ਹਾਸਲ ਕਰਾਂਗਾ, ਤੁਹਾਡੇ ਕੋਲੋਂ ਵਸੂਲ ਕਰਾਂਗਾ, ਜਿੱਥੋਂ ਮਰਜ਼ੀ ਲਿਆ ਕੇ ਦੇਈਂ। ਏਦਾਂ ਤਾੜਨਾ ਕਰਕੇ ਬੋਲਿਆ। ਦੋਹਰਾ ਤਪਿਓ ਲੋਹ ਬ੍ਰਿਣ ਪਾਕ ਪਰ ਲਗ ਸੰਕਟ ਅਧਿਕਾਈ। ਕਹਿੰਦੇ ਇਸ ਤਰ੍ਹਾਂ ਜੈ ਰਾਮ ਜੀ ਦਾ ਹਿਰਦਾ ਦੁਖੀ ਹੋਇਆ, ਜਿਵੇਂ ਕਿਸੇ ਦੇ ਸਰੀਰ ਤੇ ਫੋੜਾ ਹੋਇਆ ਹੋਵੇ ਨਾ, ਤੇ ਉਹਦੇ 'ਚ ਜ਼ਖਮ ਪਿਆ ਹੋਵੇ ਤੇ ਉਹਦੇ ਵਿੱਚ ਰੇਸ਼ਾ ਪਿਆ ਹੋਵੇ, ਫੋੜੇ ਦੇ ਵਿੱਚ ਅਚਾਨਕ ਤਪਦਾ ਤਪਦਾ ਗਲਿਆ ਜਿਹੜਾ ਲੋਹਾ ਹੈ ਲਾਲ ਸੁਰਖ, ਉਸ ਜ਼ਖਮ ਤੇ ਲੱਗ ਜੇ ਤੇ ਜਿੰਨੀ ਦਰਦ ਹੁੰਦੀ ਹੈ ਨਾ, ਇਉਂ ਭਾਈਆ ਜੈ ਰਾਮ ਜੀ ਦਾ ਮਨ ਦੁਖੀ ਹੋਇਆ ਦੌਲਤ ਖਾਨ ਦੀਆਂ ਇਹ ਗੱਲਾਂ ਸੁਣ ਕੇ। ਤਿਉ ਸੁਨ ਬਚਨ ਨਰੇਸ਼ ਕੇ ਉਠਿਓ ਹਿਰਦੈ ਅਕੁਲਾਈ। ਵਿਆਕੁਲ ਹੋ ਗਿਆ ਭਾਈਏ ਜੈ ਰਾਮ ਦਾ ਹਿਰਦਾ। ਉਹ ਤਾਂ ਪਹਿਲਾਂ ਹੀ ਚਿੰਤਾ ਵਿੱਚ ਸੀ, ਖਬਰੇ ਕਿੰਨਾ ਘਾਟਾ ਪਿਆ ਹੋਣਾ, ਮੋਦੀ ਖਾਨੇ 'ਚ ਸਾਰਾ ਮੋਦੀ ਖਾਨਾ ਲੁਟਾ ਦਿੱਤਾ। ਜਦੋਂ ਦੌਲਤ ਖਾਨ ਨੇ ਕਹਿ ਦਿੱਤਾ ਤੇਰੇ ਕੋਲੋਂ ਹਾਸਲ ਕਰਨਾ, ਇਹ ਸੁਣ ਕੇ ਭਾਈਏ ਜੈ ਰਾਮ ਦਾ ਮਨ ਹੋਰ ਜ਼ਿਆਦਾ ਆਹਤ ਹੋਇਆ, ਦੁਖੀ ਤੇ ਵਿਆਕੁਲ ਹੋਇਆ ਹੈ, ਮੂੰਹ ਤੋਂ ਕੁਝ ਬੋਲ ਨਹੀਂ ਸਕੇ। ਚਿੰਤਾ ਨਦੀ ਪਰਵਾਹ ਮੈਂ ਬਹਿਓ ਅਲੰਬ ਨ ਪਾਈ। ਚਿੰਤਾ ਦੀ ਨਦੀ ਵਿੱਚ ਭਾਈਆ ਜੈ ਰਾਮ ਜੀ ਵਹਿੰਦੇ ਜਾ ਰਹੇ ਨੇ, ਰੁੜਦੇ ਜਾ ਰਹੇ ਨੇ, ਤੇ ਉਹਨਾਂ ਨੂੰ ਕੋਈ ਆਸਰਾ ਨਹੀਂ ਪਿਆ ਮਿਲਦਾ ਵੀ ਜਿਹਦੇ ਆਸਰੇ ਦੇ ਨਾਲ ਉਹ ਚਿੰਤਾ ਦੀ ਇਸ ਨਦੀ ਦੇ ਰੁੜਨ ਤੋਂ ਬਚ ਜਾਣ। ਇਹੋ ਜਿਹਾ ਕੋਈ ਆਸਰਾ ਉਹਨਾਂ ਨੂੰ ਨਹੀਂ ਪਿਆ ਮਿਲਦਾ, ਯਾਨੀ ਕਿ ਬਹੁਤ ਜ਼ਿਆਦਾ ਭਾਰੀ ਚਿੰਤਾ ਜੈ ਰਾਮ ਜੀ ਦੇ ਹਿਰਦੇ ਵਿੱਚ ਬਣੀ ਹੋਈ ਹੈ। ਹੋਏ ਅਤੀਰ ਵਿਚਾਰਈ ਕਿਆ ਇਸ ਕਹੋ ਅਲਾਈ। ਧੀਰਜ ਨੂੰ ਛੱਡ ਕੇ ਮਨ 'ਚ ਵਿਚਾਰਦੇ ਨੇ ਕਿ ਮੈਂ ਹੁਣ ਦੌਲਤ ਖਾਨ ਨੂੰ ਕੀ ਜਵਾਬ ਦਿਆਂ, ਕੀ ਆਖਾਂ, ਕੀ ਕਹਾਂ, ਕਿਵੇਂ ਟਾਲ ਮਟੋਲਾ ਕਰਾਂ, ਕਿਵੇਂ ਕਹਾਂ ਕਿ ਹਾਲੇ ਥੋੜੇ ਦਿਨ ਠਹਿਰ ਜਾ, ਕਿਉਂਕਿ ਦੌਲਤ ਖਾਨ ਤਾਂ ਬੜਾ ਗੁੱਸੇ ਵਿੱਚ ਹੈ। ਉਹਨੇ ਹੁਣ ਟਾਈਮ ਨਹੀਂ ਦੇਣਾ, ਉਹ ਕਹਿੰਦਾ ਅੱਜ ਹੀ ਕਰੋ ਮੇਰਾ ਹਿਸਾਬ ਕਿਤਾਬ 1 ਸਾਲ ਦਾ ਪੂਰਾ। ਇਸ ਕਰਕੇ ਇਹਦੇ ਨਾਲ ਹੁਣ ਮੈਂ ਕਿਵੇਂ ਹਿਸਾਬ ਕਿਤਾਬ ਕਰਾਂ, ਕਿਵੇਂ ਇਹਨੂੰ ਕੀ ਗੱਲ ਕਹਾਂ, ਇਹ ਗੱਲ ਕਰਕੇ ਜੈ ਰਾਮ ਜੀ ਸੋਚ ਰਹੇ ਨੇ, ਵਿਚਾਰ ਰਹੇ ਨੇ। ਸ਼੍ਰੀ ਨਾਨਕ ਤਕ ਆਸਰਾ ਪਤ ਰਾਖੇ ਮਮ ਸੋਈ। ਚਿੰਤਾ ਦੀ ਨਦੀ ਵਿੱਚ ਵਹਿੰਦਿਆਂ ਨੂੰ ਭਾਈਆ ਜੈ ਰਾਮ ਜੀ ਨੂੰ ਹੁਣ ਇੱਕੋ ਆਸਰਾ ਨਜ਼ਰ ਆਇਆ, ਉਹ ਹੈ ਧੰਨ ਗੁਰੂ ਨਾਨਕ ਸਾਹਿਬ ਦਾ ਆਸਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਸਰਾ ਤੱਕਿਆ ਕਿ ਹੁਣ ਜੇ ਮੇਰੀ ਕੋਈ ਲਾਜ ਰੱਖ ਸਕਦਾ ਹੈ, ਮੇਰੀ ਕੋਈ ਪੈਜ ਰੱਖ ਸਕਦਾ ਹੈ, ਤਾਂ ਉਹ ਕੇਵਲ ਤਾਂ ਕੇਵਲ ਗੁਰੂ ਨਾਨਕ ਪਾਤਸ਼ਾਹ ਨਾ। ਬੋਲਿਓ ਤਬੇ ਨਰੇਸ਼ ਸੋ ਸ਼ਰਨ ਸੁਖਦ ਕੀ ਹੋਈ। ਉਸੇ ਵੇਲੇ ਰਾਜੇ ਨਾਲ ਗੱਲ ਕੀਤੀ, ਰਾਜੇ ਨਾਲ ਵਿਚਾਰ ਕੀਤੀ, ਔਰ ਥੋੜਾ ਜਿਹਾ ਮਨ ਨੂੰ ਟਿਕਾ ਵੀ ਮਿਲਿਆ ਕਿ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਪਹਿਲਾਂ ਤਾਂ ਚਿੰਤਤ ਹੋਏ, ਪਰ ਗੁਰੂ ਨਾਨਕ ਸਾਹਿਬ ਦਾ ਆਸਰਾ ਲੈ ਕੇ ਭਾਈਆ ਜੈ ਰਾਮ ਜੀ ਬੋਲੇ ਤੇ ਦੌਲਤ ਖਾਨ ਨੂੰ ਕਹਿਣ ਲੱਗੇ, ਸਵਈਆ ਇੱਕ ਬਾਰ ਮੈਂ ਨਾਨਕ ਕੇ ਟਿਕ ਜਾਏ ਕਹਿਣ ਲੱਗੇ ਨਵਾਬ ਸਾਹਿਬ ਸੁਣੋ, ਇੱਕ ਵਾਰ ਮੈਂ ਧੰਨ ਗੁਰੂ ਨਾਨਕ ਸਾਹਿਬ ਕੋਲ ਜਾਵਾਂ, ਉਹਨਾਂ ਨਾਲ ਜਾ ਕੇ ਗੱਲਬਾਤ ਕਰ ਲਵਾਂ। ਆਏ ਕਦਿਓ ਹਿਸਾਬ ਤੁਮਾਰਾ। ਉਹਨਾਂ ਨਾਲ ਮਿਲ ਕੇ ਗੱਲਬਾਤ ਕਰਕੇ ਫਿਰ ਮੈਂ ਆਵਾਂਗਾ ਤੇਰੇ ਕੋਲ, ਔਰ ਆ ਕੇ ਤੇਰਾ ਹਿਸਾਬ ਕਿਤਾਬ ਕਰਾਂਗਾ। ਔਰ ਬੀਚ ਵਿਚਾਰਤ
ਆਰਤ ਧਾਰਤ। ਮਨ 'ਚ ਵਿਚਾਰ ਵੀ ਕਰਦੇ ਆ ਜੈ ਰਾਮ ਜੀ, ਤੇ ਥੋੜਾ ਜਿਹਾ ਦੁਖੀ ਤੇ ਆਰਤ ਵੀ ਹੁੰਦੇ ਨੇ। ਬਾਹਰ ਤਾਂ ਦਿਸ਼ ਪੰਥ ਪਧਾਰਾ। ਦੌਲਤ ਖਾਨ ਦੇ ਕੋਲੋਂ ਚੱਲ ਕੇ ਜੈ ਰਾਮ ਜੀ ਬਾਹਰ ਨੂੰ ਗਏ ਨੇ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ। ਬਹੁ ਗੋਰਨ ਮੈਂ ਇਵ ਰਾਜਤ ਹੈ। ਗਰੀਬ ਨਵਾਜ ਸਤਿਗੁਰੂ ਜੀ ਸ਼ਮਸ਼ਾਨ ਭੂਮੀ ਵਿੱਚ ਬੈਠੇ ਇਉਂ ਬਿਰਾਜਮਾਨ ਹੋ ਰਹੇ ਨੇ। ਸ਼ਿਵ ਮਦ ਮਸਾਨ ਮਨੋਹਿਤ ਤਾਰਾ। ਕਹਿੰਦੇ ਸ਼ਿਵ ਨਹੀਂ ਬਹਿੰਦਾ ਜਿਵੇਂ ਸ਼ਮਸ਼ਾਨ ਭੂਮੀ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਉਦਾਹਰਣ ਹੈ ਇਹ। ਇਹਦਾ ਮਤਲਬ ਇਹ ਨਹੀਂ ਕਿ ਸ਼ਿਵ ਰੂਪ ਕਰਕੇ ਵਰਣਨ ਕਰ ਰਹੇ ਨੇ। ਉਦਾਹਰਣ ਦਾ ਇੱਕ ਪੱਖ ਹੀ ਹੁੰਦਾ ਨਾ। ਤੋ ਸ਼ਮਸ਼ਾਨ ਭੂਮੀ 'ਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਾਧੀ ਸਥਿਤ ਹੋ ਕੇ ਨੇਤਰ ਮੁੰਦ ਕੇ ਆਪਣੇ ਨਿਜ ਧਿਆਨ ਵਿੱਚ ਅਭੇਦ ਹੋ ਕੇ ਬੈਠੇ ਹਨ, ਬਿਰਾਜ ਰਹੇ ਹਨ। ਚਿਤ ਕੰਪਤ ਬੰਦਤ ਹਾਥ ਦੋ ਕਰ। ਜੈ ਰਾਮ ਜੀ ਪਹੁੰਚੇ, ਹਿਰਦਾ ਕੰਬ ਰਿਹਾ। ਸਤਿਗੁਰਾਂ ਦਾ ਇਹੋ ਜਿਹਾ ਚੋਜ ਵੇਖ ਕੇ ਮਨ ਡਰਿਆ ਵੀ ਹੋਇਆ ਜੈ ਰਾਮ ਜੀ ਦਾ। ਚਿੱਤ ਕੰਬਦਾ ਹੈ। ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਜੈ ਰਾਮ ਜੀ ਸਤਿਗੁਰਾਂ ਕੋਲ ਖੜੇ ਹਨ। ਬੰਧਨ ਬੈਨ ਜੈ ਰਾਮੀ ਉਚਾਰਾ। ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ। ਮੱਥਾ ਟੇਕ ਕੇ ਭਾਈਆ ਜੈ ਰਾਮ ਜੀ ਬੋਲੇ, ਗੁਰਦੇਵ ਨੂੰ ਕਹਿਣ ਲੱਗੇ, ਰੂਪ ਰਸਾਲ ਦਿਆਲ ਸੁਨੋ। ਇਹ ਰਸ ਭਰੇ ਸੋਹਣੇ ਸਰੂਪ ਵਾਲੇ, ਦਿਆਲੂ, ਪਰਮ ਕਿਰਪਾਲੂ, ਗਰੀਬ ਨਵਾਜ ਦਇਆਨਿਧ ਸਤਿਗੁਰੂ ਜੀ ਸੁਣੋ ਮੇਰੀ ਬੇਨਤੀ। ਇੱਕ ਸਾਲ ਕੋ ਲੇਖਾ ਵਿਸਾਲ ਬਖਾਨਾ। ਮਹਾਰਾਜ ਜੀ ਦੌਲਤ ਖਾਨ ਨੇ ਬੁਲਾਇਆ ਸੀ। ਮੋਦੀ ਖਾਨੇ ਦਾ 1 ਸਾਲ ਦਾ ਵੱਡਾ ਲੇਖਾ ਮੰਗਦਾ ਹੈ। 1 ਸਾਲ ਦਾ ਪੂਰਾ ਹਿਸਾਬ ਕਿਤਾਬ ਮੰਗਦਾ ਹੈ। ਮੋਹ ਬੁਲਾਇਓ ਅਲਾਏ ਸੁਨਾਇਓ ਯੋ। ਮੈਨੂੰ ਆਪਣੇ ਕੋਲ ਬੁਲਾ ਕੇ ਉਹਨੇ ਇਉਂ ਸੁਣਾ ਕੇ ਭੇਜਿਆ। ਆਇਸ ਪਾਏ ਅਯੋ ਇਸ ਥਾਨਾ। ਉਹਦੀ ਆਗਿਆ ਲੈ ਕੇ ਕਿ ਮੈਂ ਸਤਿਗੁਰਾਂ ਨੂੰ ਮਿਲ ਆਵਾਂ, ਮੈਂ ਆਪ ਜੀ ਦੇ ਕੋਲ ਇਸ ਅਸਥਾਨ ਤੇ ਹਾਜ਼ਰ ਹੋਇਆ ਹਾਂ। ਯੋ ਸੁਨ ਕਾਨ ਉਠੇ ਗਤ ਦਾਨ। ਇਹ ਸੁਣ ਕੇ ਕੰਨੀ ਮਹਾਰਾਜ ਭਾਈਆ ਜੈ ਰਾਮ ਜੀ ਦੇ ਬਚਨ ਸੁਣੇ। ਮੁਕਤੀ ਦਾਤੇ ਸਤਿਗੁਰੂ ਜੀ ਸ਼ਮਸ਼ਾਨ ਭੂਮੀ 'ਚ ਉੱਠ ਖਲੋਤੇ ਹਨ। ਕਿਸੂ ਨੇ ਕਾਨ ਸੁਜਾਨ ਨਿਧਾਨਾ। ਜਿਨ੍ਹਾਂ ਨੂੰ ਕਿਸੇ ਦੀ ਕਾਣ ਕਨੋੜ ਨਹੀਂ ਹੈ, ਜਿਹੜੇ ਕਿਸੇ ਦੀ ਕਾਣ ਕਨੋੜ ਨਹੀਂ ਮੰਨਦੇ, ਦਇਆ ਨਿਧ, ਸੁੱਖਾਂ ਦੇ ਖਜ਼ਾਨੇ, ਗਰੀਬ ਨਵਾਜ ਸਤਿਗੁਰੂ ਜੋ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਹਨ, ਚੱਲ ਪਏ। ਮੰਦੇ ਮੰਦ ਭਲੀ ਗਤ ਸੁੰਦਰ। ਪਾਤਸ਼ਾਹ ਜਦੋਂ ਚੱਲਦੇ ਨੇ ਬੜੀ ਸੋਹਣੀ ਚਾਲ, ਸਹਿਜੇ ਸਹਿਜੇ ਜ਼ਮੀਨ ਦੇ ਉੱਤੇ ਪਾਤਸ਼ਾਹ ਆਪਣੇ ਚਰਨ ਟਿਕਾਉਂਦੇ ਹਨ। ਸਹਿਜੇ ਸਹਿਜੇ ਗਰੀਬ ਨਵਾਜ ਪਾਤਸ਼ਾਹ ਜੀ ਟੁਰਦੇ ਜਾ ਰਹੇ ਨੇ। ਆਨੰਦ ਕੰਦ ਮੁਕੰਦ ਪਿਆਨਾ। ਜੋ ਆਨੰਦ ਦਾ ਮੂਲ ਨੇ ਤੇ ਮੁਕਤੀ ਦੇ ਦਾਤੇ ਨੇ, ਐਸੇ ਸਤਿਗੁਰੂ ਜੀ ਸ਼ਮਸ਼ਾਨ ਭੂਮੀ ਤੋਂ ਨਗਰ ਵੱਲ ਜਾ ਰਹੇ ਨੇ। ਸੰਗ ਜੈ ਰਾਮ ਹੈ ਜਾਵਤ ਰਾਜਤ। ਭਾਈਆ ਜੈ ਰਾਮ ਜੀ ਸਤਿਗੁਰਾਂ ਦੇ ਨਾਲ ਨਾਲ ਟੁਰੇ ਜਾਂਦੇ, ਇਸ ਤਰ੍ਹਾਂ ਜਾਪਦੇ ਹਨ। ਰੂਪ ਪਰਾਤਮ ਆਤਮ ਜੈਸੇ। ਇੱਕ ਪਰਮਾਤਮਾ ਜਾ ਰਿਹਾ ਤੇ ਨਾਲ ਦੂਜੀ ਆਤਮਾ ਜਾ ਰਹੀ ਹੈ। ਪਰਮਾਤਮਾ ਆਤਮਾ ਇੱਕੋ ਰੂਪ ਹੀ ਹੁੰਦੇ ਆ। ਕਹਿੰਦੇ ਭਾਈਆ ਜੈ ਰਾਮ ਜੀ ਸਤਿਗੁਰਾਂ ਨਾਲ ਜਾਂਦਿਆਂ ਇਉਂ ਜਾਪਦੇ ਨੇ ਜਿਵੇਂ ਪਰਮਾਤਮਾ ਦੇ ਨਾਲ ਆਤਮਾ ਜਾ ਰਹੀ ਹੋਵੇ। ਬੇਦੀ ਨਿਕੇਤ ਸੋ ਲੇਖੇ ਕੇ ਹੇਤ। ਬੇਦੀਆਂ ਦੀ ਕੁੱਲ ਦੇ ਰਾਜੇ, ਬੇਦੀਆਂ ਦੇ ਕੁੱਲ ਦੇ ਕੇਤੂ, ਜਗਤ ਗੁਰੂ ਪਾਤਸ਼ਾਹ ਲੇਖਾ ਦੇਣ ਵਾਸਤੇ, ਹਿਸਾਬ ਕਿਤਾਬ ਦੇਣ ਵਾਸਤੇ ਜਾ ਰਹੇ ਨੇ। ਗਏ ਜਬ ਖਾਨ ਨਿਕੇਤ ਮੈਂ ਪੈਸੇ। ਮਹਾਰਾਜ ਜੀ ਨਵਾਬ ਦੌਲਤ ਖਾਨ ਦੇ ਘਰ ਪਹੁੰਚੇ ਹਨ। ਲੀਨੋ ਨਵੀਂ ਸਿੰਧ ਸੰਗ ਮੁਕੰਦ। ਮੁਕਤੀ ਦਾਤੇ ਸਤਿਗੁਰਾਂ ਨੇ ਮੁਨਸ਼ੀ ਨੂੰ ਲਿਆ ਨਾਲ। ਨਵੀਂ ਸਿੰਧ ਕਹਿੰਦੇ ਮੁਨਸ਼ੀ ਨੂੰ, ਮੁਨੀਮ ਨੂੰ, ਜਿਹੜਾ ਹਿਸਾਬ ਕਿਤਾਬ ਕਰਨ ਵਾਲਾ ਸੀ। ਉਹ ਮੁਨੀਮ, ਉਹ ਮੁਨਸ਼ੀ ਮਹਾਰਾਜ ਜੀ ਨੇ ਨਾਲ ਲਿਆ। ਆਨੰਦ ਹਿਰਦੇ ਬਰ ਮੰਦਰ ਬੈਸੇ। ਮਹਾਰਾਜ ਜਿਨ੍ਹਾਂ ਦੇ ਹਿਰਦੇ ਵਿੱਚ ਸदैव ਆਨੰਦ ਹੈ। ਇੱਕ ਸੋਹਣਾ ਜਿਹਾ ਮਕਾਨ ਹੈ ਜਿੱਥੇ ਮੁਨਸ਼ੀ ਦੇ ਨਾਲ ਸਤਿਗੁਰੂ ਜੀ ਬੈਠੇ ਹਨ। ਕੀਨੋ ਹੈ ਲੇਖਾ ਅਲੇਖ ਜੋ। ਮਹਾਰਾਜ ਜੀ ਦੇ ਨਾਲ ਹਿਸਾਬ ਕਿਤਾਬ ਕਰਨ ਲੱਗਾ, ਜਿਨ੍ਹਾਂ ਦਾ ਕੋਈ ਲੇਖਾ ਹੈ ਹੀ ਨਹੀਂ, ਜੋ ਅਲੇਖ ਨੇ,
ਉਹਨਾਂ ਨਾਲ ਬੈਠਾ ਮੁਨਸ਼ੀ ਕਹਿੰਦਾ ਜੀ ਲਿਆਓ ਹਿਸਾਬ ਕਿਤਾਬ ਦਿਓ। ਐਸੀ ਦਇਆਨਿਧ ਸਤਿਗੁਰੂ ਜੀ ਨੇ ਲੀਲਾ ਵਰਤਾਈ ਹੈ। पति लेखा को लेखा कटे को कैसे। ਜਿਹੜੇ ਸੰਸਾਰ ਦੇ ਸਮਸਤ ਲੇਖੇ ਦੇ ਪਤੀ ਨੇ, ਜਿਤਨਾ ਲੇਖਾ ਹੈ ਉਸ ਲੇਖੇ ਦੇ ਮਾਲਕ ਨੇ, ਉਹਨਾਂ ਦਾ ਲੇਖਾ ਹੋਵੇ ਤੇ ਉਹਨਾਂ ਦੇ ਲੇਖੇ ਵਿੱਚ ਘਾਟਾ ਕਿਵੇਂ ਹੋ ਸਕਦਾ ਸੀ। ਹਾਂਜੀ, एक साल को लेखा विशाल हो तो। ਇੱਕ ਸਾਲ ਦਾ ਬੜਾ ਲੰਮਾ ਚੌੜਾ ਹਿਸਾਬ ਕਿਤਾਬ ਸੀ। ਵਹੀ ਖਾਤੇ ਭਰੇ ਪਏ ਸਨ। कर लए वही किए जोर महाना। ਕਹਿੰਦੇ ਵਹੀ ਲੈ ਕੇ ਹੱਥ ਵਿੱਚ ਮੁਨੀਮ ਬੈਠਾ, ਮਹਾਰਾਜ ਡੋਲ ਬੈਠੇ ਆ। ਕਹਿੰਦੇ ਆ ਲੈ ਭਾਈ, ਆ ਸਾਡੀ ਵਹੀ ਹੈ, ਇਹਦੇ ਵਿੱਚ ਜੋ ਤੂੰ ਆਪਣੀ ਵਹੀ ਮਿਲਾਣੀ ਹੈ ਮਿਲਾ ਕੇ ਹਿਸਾਬ ਕਿਤਾਬ ਜੋੜ ਲਾ ਲੈ। आमद ओ खर्ची को शुमार कै। ਆਮਦਨ ਕਿੰਨੀ ਹੋਈ ਹੈ, ਮੋਦੀ ਖਾਨੇ 'ਚ ਖਰਚ ਕਿੰਨਾ ਹੋਇਆ, ਉਹਦਾ ਸਾਰਾ ਸੰਭਾਲ ਕਰ ਲੈ। कीन पले गिनती बिद नाना। ਮੁਨਸ਼ੀ ਨੇ ਪੂਰਾ ਹਿਸਾਬ ਕਿਤਾਬ ਕੀਤਾ, ਗਿਣਤੀਆਂ ਮਿਣਤੀਆਂ ਕੀਤੀਆਂ। कागद लेकर बृंद लिखे। ਕਈ ਕਾਗਜ਼ ਲੈ ਕੇ ਉਹਨਾਂ ਕਾਗਜ਼ਾਂ ਦੇ ਉੱਤੇ ਹਿਸਾਬ ਕਿਤਾਬ ਲਿਖਿਆ। नवी सिंध की बुद्ध थकी बिस्माना। ਉਹ ਜਿਹੜਾ ਮੁਨਸ਼ੀ ਸੀ ਉਹਦੀ ਬੁੱਧੀ ਵੀ ਥੱਕ ਗਈ, ਉਹ ਵੀ ਹੈਰਾਨ ਹੋ ਰਿਹਾ ਹੈ। दीन दयाल रहे पुन वादे में। ਉਹਨੇ 2-4 ਵਾਰੀ 5 ਵਾਰੀ ਬਾਰ-ਬਾਰ ਹਿਸਾਬ ਕਿਤਾਬ ਵੇਖਿਆ। ਬਾਰ-ਬਾਰ ਵੇਖਦਾ, ਜਿੰਨੀ ਵਾਰ ਵੀ ਵੇਖਦਾ ਗੁਰੂ ਨਾਨਕ ਸਾਹਿਬ ਦਾ ਵਾਧਾ ਹੀ ਨਿਕਲਦਾ ਹੈ। सत श्री अकाल। ਦੀਨ ਦਇਆਲ ਰਹੇ ਪੁਨ ਵਾਧੇ ਮੈਂ। ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਸਤਿਗੁਰਾਂ ਦਾ ਫੇਰ ਵੀ ਵਾਧਾ ਹੀ ਨਿਕਲਦਾ, ਉਹ ਹੈਰਾਨ ਹੋ ਰਿਹਾ ਹੈ। श्री गुरु अंगद जी सुन काना। ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ। ਕਹਿੰਦੇ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ, ਮੈਂ ਇਸ ਤੋਂ ਅੱਗੇ ਤੁਹਾਨੂੰ ਕਥਾ ਸੁਣਾਵਾਂ। 7 से 60 निकासे हैं शेख। ਕਿ ਗੁਰੂ ਨਾਨਕ ਸਾਹਿਬ ਜੀ ਦਾ ਵਾਧਾ ਨਿਕਲਿਆ ਕਿੰਨਾ? 760 ਰੁਪਈਆ ਮਹਾਰਾਜ ਜੀ ਦਾ ਵਾਧਾ ਨਿਕਲਿਆ। ਪਹਿਲਾਂ ਜਿੰਨਾ ਹਿਸਾਬ ਕਿਤਾਬ ਹੁਣ ਤਾਂ ਹੀ ਹੋਇਆ, ਪਿੱਛੇ ਕਦੇ 327 ਵਧੇ ਆ, ਕਦੇ 137 ਰੁਪਈਏ ਵਧੇ ਆ। ਇਸ ਵਾਰ ਮਹਾਰਾਜ ਜੀ ਦਾ ਵਾਧਾ ਨਿਕਲਿਆ, ਜਿਹੜਾ ਦੌਲਤ ਖਾਨ ਕੋਲੋਂ ਸਤਿਗੁਰਾਂ ਨਾਲ ਲੈਣਾ ਬਣਦਾ ਸੀ ਉਹ ਸੀ 760 ਰੁਪਈਏ। सुनी निज श्रोन में दौलत खाना। ਜਦੋਂ ਦੌਲਤ ਖਾਨ ਨੇ ਇਹ ਗੱਲ ਸੁਣੀ ਕਿ ਨਾਨਕ ਜੀ ਦਾ ਫੇਰ ਮੇਰੇ ਵੱਲ ਵਾਧਾ ਨਿਕਲਿਆ, ਲੋਕ ਆ ਕੇ ਗੱਲਾਂ ਕੀ ਕਰਦੇ ਨੇ, ਮੈਂ ਆਪ ਅੱਖਾਂ ਨਾਲ ਵੇਖਿਆ ਕਿਵੇਂ ਮੋਦੀ ਖਾਨਾ ਲੋਕ ਲੁੱਟ ਕੇ ਲੈ ਕੇ ਗਏ ਨੇ, ਇਹਨਾਂ ਦਾ ਵਾਧਾ ਫੇਰ ਮੇਰੇ ਵੱਲ ਕਿਵੇਂ ਨਿਕਲ ਆਉਂਦਾ ਹੈ। ਦੌਲਤ ਖਾਨ ਵੀ ਹੈਰਾਨ ਹੈ। होत पयो बिस्माद हृदय। ਮਨ ਹੀ ਮਨ ਵਿਸਮਾਦ ਹੋ ਰਿਹਾ। ਦੌਲਤ ਖਾਨ ਨੂੰ ਸਮਝ ਨਹੀਂ ਪਿਆ ਆਉਂਦਾ। ऐलाद जयराम न जाए बखाना। ਇਧਰ ਭਾਈਏ ਜੈ ਰਾਮ ਦੇ ਅੰਦਰ ਜਿੰਨੀ ਖੁਸ਼ੀ ਹੈ ਨਾ, ਉਹ ਖੁਸ਼ੀ ਕਹਿੰਦੇ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦੀ। ਜਿੰਨੀ ਖੁਸ਼ੀ, ਜਿੰਨਾ ਅਹਿਲਾਦ, ਜਿੰਨਾ ਖੇੜਾ ਭਾਈਏ ਜੈ ਰਾਮ ਦੇ ਮਨ ਵਿੱਚ ਹੈ। मंदमती मन निंदक लज्जत। ਮਾੜੀ ਮੱਤ ਵਾਲੇ ਨਿੰਦਕ, ਚੁਗਲਖੋਰ, ਚੁਗਲੀਆਂ ਕਰਨ ਵਾਲੇ ਉਹ ਵੀ ਖੜੇ ਸੀ ਉੱਥੇ। ਉਹਨਾਂ ਦੀਆਂ ਅੱਖਾਂ ਨੀਵੀਆਂ ਪੈ ਗਈਆਂ ਜਦੋਂ ਦੌਲਤ ਖਾਨ ਨੇ ਵੇਖਿਆ ਨਾ ਉਹਨਾਂ ਵੱਲ। ਉਹਨਾਂ ਦੇ ਸਿਰ ਨੀਵੇਂ ਹੋ ਗਏ, ਅੱਖਾਂ ਨੀਵੀਆਂ ਹੋ ਗਈਆਂ, ਬੜੇ ਸ਼ਰਮਿੰਦਾ ਹੋਏ। ਬਿੰਦਤ ਭੇਦ ਨ ਮੂਡ ਅਜਾਨਾ। ਉਹ ਮੂਰਖ ਜਿਹੜੇ ਸਤਿਗੁਰਾਂ ਦਾ ਭੇਦ ਨਹੀਂ ਜਾਣਦੇ, ਗੁਰਦੇਵ ਦੀ ਮਹਿਮਾ ਨਹੀਂ ਜਾਣਦੇ। ਕੀਰਤ ਪਾਵਸ ਸੋ ਜਵਾਸ ਸੇ। ਸਤਿਗੁਰਾਂ ਦੀ ਕੀਰਤੀ ਮੀਂਹ ਦੇ ਜਲ ਵਾਂਗੂ ਹੈ ਤੇ ਜਵਾਸੇ ਦੇ ਬੂਟੇ ਵਾਂਗੂ ਨੇ। ਜਿਵੇਂ ਮੀਂਹ ਪੈਂਦਿਆਂ ਜਵਾਸੇ ਦਾ ਬੂਟਾ ਸੜ ਜਾਂਦਾ ਨਾ, ਏਦਾਂ ਸਤਿਗੁਰਾਂ ਦੀ ਕੀਰਤੀ ਹੁੰਦੀ ਵੇਖ ਕੇ ਜਿਹੜੇ ਨਿੰਦਕ ਨੇ ਸੜ ਬਲ ਜਾਂਦੇ ਨੇ। ਜੋਨੇ ਸਿਹੈ ਚਕਵਾਕ ਸਮਾਨਾ। ਜਾਂ ਇਸ ਤਰ੍ਹਾਂ ਕਹਿ ਲਈਏ ਸਤਿਗੁਰਾਂ ਦੀ ਕੀਰਤੀ ਚੰਦਰਮਾ ਦੀ ਚਾਨਣੀ ਹੈ ਔਰ ਇਹ ਚਕਵਿਆਂ ਦੇ ਸਮਾਨ ਨੇ। ਚਕਵਿਆਂ ਨੂੰ ਚੰਦਰਮਾ ਦੀ ਚਾਨਣੀ ਨਹੀਂ ਪਾਉਂਦੀ। ਏਦਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਇਹਨਾਂ ਨਿੰਦਕਾਂ ਨੂੰ ਚੰਗੀ ਨਹੀਂ ਲੱਗਦੀ। ਦੋਹਰਾ ਨਿੰਦਕ ਕੂਰੇ ਸਮਝ ਕੇ ਦੌਲਤ ਖਾਨ ਨਰੇਸ਼। ਨਿੰਦਕਾਂ ਨੂੰ ਕੂੜੇ
ਤੇ ਝੂਠੇ ਸਮਝ ਕੇ ਦੌਲਤ ਖਾਨ ਨਰੇਸ਼ ਨੇ ਲੀਨੇ ਨਿਕਟ ਹਕਾਰ ਕੈ ਕਮਲ ਨੈਣ ਜਗਤੇਸ਼। ਉਹਨਾਂ ਨਿੰਦਕਾਂ ਨੂੰ ਪਹਿਲਾਂ ਤਾਂ ਦੌਲਤ ਖਾਨ ਨੇ ਤਾੜਿਆ, ਉਹਨਾਂ ਨੂੰ ਡਾਟਿਆ, ਫਿਰ ਕਮਲ ਨੈਣ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਦੌਲਤ ਖਾਨ ਨੇ ਆਪਣੇ ਕੋਲ ਬੁਲਾਇਆ। ਕਬਿਤ ਪਇਓ ਹੈ ਹਿਸਾਬ ਜਬ ਪੰਤ ਨਿਬਾਬ ਤਬ। ਜਦੋਂ ਸਾਰਾ ਹਿਸਾਬ ਕਿਤਾਬ ਹੋ ਨਿਬੜਿਆ, ਲੇਖਾ ਜੋਖਾ ਹੋ ਨਿਬੜਿਆ, ਦੌਲਤ ਖਾਨ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ, ਲੀਜੇ ਨਿਜ ਬਾਕੀ ਅਬ ਕਾਰ ਪੁੰਨ ਕੀਜੀਏ। ਕਹਿਣ ਲੱਗਾ, ਨਾਨਕ ਜੀ ਆਹ 760 ਰੁਪਈਏ ਤੁਹਾਡੇ ਵਧੇ ਨੇ, ਇਹ ਤੁਸੀਂ ਲੈ ਲਓ ਤੇ ਜਾ ਕੇ ਫਿਰ ਪਹਿਲਾਂ ਵਾਂਗੂ ਕਾਰ ਕਰੋ ਜਿਵੇਂ ਕਰ ਰਹੇ ਸੀ। ਦੇਵ ਤਨ ਔਰ ਤੁਮ ਰਹੋ ਇਹ ਠੌਰ। ਤੁਹਾਨੂੰ ਹੋਰ ਜਿੰਨਾ ਧਨ ਚਾਹੀਦਾ ਉਹ ਖਜ਼ਾਨੇ ਚੋਂ ਲੈ ਲਓ, ਔਰ ਤੁਸੀਂ ਇਸੇ ਜਗ੍ਹਾ ਤੇ ਮੋਦੀ ਖਾਨੇ ਵਿੱਚ ਰਹੋ। ਵਾਦਾ ਹੋਇ ਜੋ ਬਾਹਰ ਬਿਨ ਦੇਰ ਔਰ ਲੀਜੀਏ। ਜਿਹੜਾ ਤੁਹਾਡਾ ਮੇਰੇ ਵੱਲ ਵਾਧਾ ਨਿਕਲੇਗਾ ਬਿਨਾਂ ਦੇਰੀ ਤੋਂ ਮੈਂ ਤੁਹਾਨੂੰ ਦੇਵਾਂਗਾ। ਬਾਬੇ ਤਬ ਕਹੀ ਤਨ ਲੇਵੋ ਅਬ ਨਹੀਂ। ਜਗਤ ਗੁਰੂ ਬਾਬਾ ਜੀ ਅੱਗੋਂ ਬੋਲੇ, ਕਹਿਣ ਲੱਗੇ, ਦੌਲਤ ਖਾਨ ਹੁਣ ਇਹ ਕੰਮ ਇੱਥੇ ਰਹਿ ਗਿਆ ਤੇ ਆ ਜਿਹੜਾ ਧਨ ਤੂੰ ਦੇ ਰਿਹਾ ਇਹ ਹੁਣ ਅਸੀਂ ਨਹੀਂ ਲੈਣਾ। ਜੋ ਬਾਕੀ ਸਭ ਰਹੀ ਤਾਂ ਕੀ ਬਾਤ ਯੋ ਸੁਣੀ ਜੀਏ। ਤੂੰ ਅੱਗੇ ਤੋਂ ਧਨ ਦੇ ਕੇ ਮੋਦੀ ਖਾਨਾ ਚਲਾਣ ਨੂੰ ਕਹਿਣਾ, ਅਸੀਂ ਉਹ ਅੱਗੇ ਤੋਂ ਧਨ ਨਹੀਂ ਲੈਣਾ ਤੇ ਨਾ ਹੀ ਹੁਣ ਮੋਦੀ ਖਾਨੇ ਦਾ ਕੰਮ ਚਲਾਉਣਾ। ਰਹੀ ਗੱਲ ਇਹ ਜਿਹੜੇ ਸਾਡੇ ਪੈਸੇ ਤੇਰੇ ਵੱਲ ਵਧੇ ਨੇ 760 ਰੁਪਈਏ, ਇਹਨਾਂ ਬਾਰੇ ਵੀ ਸੁਣ। ਰਾਖੀਏ ਈਮਾਨ ਥਾਏ ਆਪਨੋ ਨਿਭਾਬ ਰਾਏ। ਇਹ ਨਵਾਬ ਤੂੰ ਆਪਣਾ ਈਮਾਨ ਨਿਜ ਥਾਂ ਤੇ ਰੱਖ ਕੇ, ਯਾਨੀ ਕਿ ਆਪਣੀ ਇਮਾਨਦਾਰੀ ਦੇ ਨਾਲ। ਪੈਸੇ ਹੈ ਖੁਦਾਏ ਕੇ ਫਕੀਰਨ ਕੋ ਦੀਜੀਏ। ਇਮਾਨਦਾਰੀ ਦੇ ਨਾਲ ਇਹ ਜਿਹੜੇ ਪੈਸੇ ਨੇ ਨਾ ਇਹ ਖੁਦਾ ਦੇ ਨੇ ਤੇ ਖੁਦਾ ਦੇ ਜਿਹੜੇ ਫਕੀਰ ਨੇ ਉਹਨਾਂ ਨੂੰ ਇਹ ਦੇ ਦੇ। ਮਹਾਰਾਜ ਜੀ ਕਹਿੰਦੇ ਪੈਸੇ ਨੇ ਖੁਦਾਏ ਕੇ, ਇਹ ਪੈਸੇ ਖੁਦਾ ਦੇ ਨੇ, ਔਰ ਜਿਹੜੇ ਖੁਦਾ ਦੇ ਬੰਦੇ ਨੇ, ਰੱਬ ਦੀ ਬੰਦਗੀ ਕਰਨ ਵਾਲੇ ਫਕੀਰ ਨੇ, ਇਹ ਪੈਸੇ ਤੂੰ ਉਹਨਾਂ ਨੂੰ ਦਾਨ ਕਰ ਦੇ। ਸਤਿ ਸ੍ਰੀ ਅਕਾਲ। ਸਵਈਆ ਨਾਨਕ ਜੀ ਇਵ ਆਨਨ ਤੇ ਪਨ। ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਬਚਨ ਕਹੇ, ਥਾਨ ਮਸਾਨਨ ਕੇ ਚਲ ਆਏ। ਸੁਣ ਕੇ ਹੱਕੇ ਬੱਕੇ ਹੋ ਗਏ, ਹੈਰਾਨ ਹੋ ਗਏ ਵੀ ਇਹ ਕੀ ਕਹਿ ਰਹੇ ਨੇ। ਸਤਿਗੁਰੂ ਜੀ ਨੇ ਅਗਲਾ ਕੋਈ ਦੂਜਾ ਬਚਨ ਨਹੀਂ ਕੀਤਾ, ਕਹਿ ਕੇ ਵਾਪਸ ਮੁੜ ਕੇ ਫੇਰ ਉਸੇ ਸ਼ਮਸ਼ਾਨ ਭੂਮੀ ਵਿੱਚ ਜਿੱਥੇ ਪਹਿਲਾਂ ਬੈਠੇ ਸਨ ਉੱਥੇ ਹੀ ਆਣ ਬੈਠੇ ਨੇ। ਗੋਰ ਮਰੀਨ ਮੈਂ ਬੈਸ ਗਏ। ਮੜੀਆਂ ਵਿੱਚ ਜਿੱਥੇ ਕਬਰਾਂ ਵੀ ਨੇ, ਸ਼ਮਸ਼ਾਨ ਭੂਮੀ ਵੀ ਹੈ, ਉੱਥੇ ਪਾਤਸ਼ਾਹ ਜੀ ਆ ਬੈਠੇ ਹਨ। ਦਰਵੇਸ਼ ਕੋ ਬੇਸ ਸਰੀਰ ਬਣਾਏ। ਸਰੀਰ ਉੱਤੇ ਗੁਰਦੇਵ ਨੇ ਦਰਵੇਸ਼ਾਂ ਵਾਲਾ ਭੇਸ, ਦਰਵੇਸ਼ਾਂ ਵਾਲਾ ਲਿਬਾਸ, ਖਫਣੀ ਚੋਲਾ ਧਾਰਨ ਕੀਤਾ ਹੋਇਆ ਹੈ। ਲਾਏ ਸਮਾਦ ਅਗਾਧ ਆਬਾਦ ਕੀ। ਮਹਾਰਾਜ ਜੀ ਨੇ ਅਗਾਧ ਆਬਾਦ ਦੀ ਜਿਹੜੀ ਸਮਾਧੀ ਹੈ, ਆਪਣੀ ਉਹ ਸਮਾਧੀ ਲਾਈ, ਆਪਣੇ ਨਿਜ ਰੂਪ ਦੇ ਵਿੱਚ ਆਪਣੀ ਸਮਾਧੀ ਨੂੰ ਜੋੜਿਆ ਹੈ। ਪੂਰਬ ਰੂਪੇ ਅਨੂਪ ਬਸਾਏ। ਜੋ ਸਤਿਗੁਰਾਂ ਦਾ ਪੂਰਬ ਰੂਪ ਹੈ, ਪਹਿਲਾ ਰੂਪ ਹੈ, ਉਸ ਰੂਪ ਦੇ ਵਿੱਚ ਮਹਾਰਾਜ ਜੀ ਇਕਮਿਕ ਹੋ ਰਹੇ ਨੇ। ਜਾਏ ਆਰਾਧਨ ਕੇ ਫਲ ਲਾਦੇ। ਜਿਸ ਸੋਹਣੇ ਸਵਰੂਪ ਦੀ ਆਰਾਧਨਾ ਕਰਕੇ ਫਲ ਪ੍ਰਾਪਤ ਹੁੰਦਾ। ਕਿਹੜਾ ਫਲ ਮਿਲਦਾ? ਐਸੇ ਸਰੂਪ ਨੂੰ ਆਰਾਧ ਰਹੇ ਨੇ ਗੁਰੂ ਨਾਨਕ ਸਾਹਿਬ, ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਨੂੰ। ਜਿਸ ਸਵਰੂਪ ਨੂੰ ਆਰਾਧਨ ਦਾ ਇਹ ਫਲ ਮਿਲਦਾ, ਆਦ ਉਪਾਦ ਬਿਆਦ ਮਿਟਾਏ। ਜਿਸ ਸਵਰੂਪ ਦੀ ਆਰਾਧਨਾ ਆਦੀਆਂ, ਬਿਆਦੀਆਂ ਤੇ ਉਪਾਦੀਆਂ ਮਿਟ ਜਾਂਦੀਆਂ ਹਨ। ਇਹ ਤਿੰਨ ਤਰ੍ਹਾਂ ਦੀਆਂ ਨੇ, ਆਧੀ, ਬਿਆਦੀ ਤੇ ਉਪਾਦੀ। ਮਨ ਦੀ ਚਿੰਤਾ, ਉੱਪਰੋਂ ਆ ਗਈ ਵਿਪਤਾ, ਸਰੀਰ ਦੇ ਰੋਗ, ਏਦਾਂ ਇਹ ਆਧੀ, ਬਿਆਦੀ ਤੇ ਉਪਾਦੀ ਪ੍ਰਭੂ ਦੀ ਆਰਾਧਨਾ ਕੀਤਿਆਂ ਇਹਨਾਂ ਤਿੰਨਾਂ ਦੀ ਨਿਰਵਿਰਤੀ ਹੋ ਜਾਂਦੀ। ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸ। ਹਾਂਜੀ, ਦੋਹਰਾ
ਸਭ ਪਰਿਵਾਰ ਕ੍ਰਿਤ ਦੇਖ ਕੇ ਠਠਕ ਰਹੇ ਮਨ ਮਾਏ। ਸਾਰੇ ਪਰਿਵਾਰ ਨੇ ਜਦੋਂ ਮਹਾਰਾਜ ਜੀ ਦੀ ਇਹ ਕ੍ਰਿਤ ਵੇਖੀ, ਸਭ ਹੈਰਾਨ ਵੀ ਨੇ ਤੇ ਠਟਕ ਰਹੇ ਨੇ। ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਹੋ ਰਿਹਾ, ਸਤਿਗੁਰੂ ਜੀ ਕੀ ਕਰ ਰਹੇ ਨੇ। ਕਿਸੇ ਨੂੰ ਕੁਝ ਸਮਝ ਨਹੀਂ ਪਈ ਆਉਂਦੀ। ਨਿਕਟ ਜਾਏ ਤੂਸ਼ਨ ਰਹੇ ਬੋਲ ਨ ਸਕਤ ਕਛ ਨਾਏ। ਪਰਿਵਾਰ ਦੇ ਜੀ ਸਤਿਗੁਰਾਂ ਦੇ ਕੋਲ ਜਾਂਦੇ ਨੇ ਸ਼ਮਸ਼ਾਨ ਭੂਮੀ, ਮਹਾਰਾਜ ਜੀ ਨੂੰ ਅਡੋਲ ਬੈਠਿਆਂ ਵੇਖਦੇ ਨੇ, ਮਨ 'ਚ ਭੈ ਰੱਖਦੇ ਨੇ, ਕੁਝ ਬੋਲ ਨਹੀਂ ਸਕਦੇ। ਔਰ ਬਿਨਾਂ ਬੋਲਿਆਂ ਕੁਝ ਸਮਾਂ ਸਤਿਗੁਰਾਂ ਕੋਲ ਖਲੋਤੇ ਰਹਿੰਦੇ, ਆ ਜਾਂਦੇ ਨੇ ਫਿਰ ਚਲੇ ਜਾਂਦੇ ਨੇ। ਤਬ ਜੈ ਰਾਮ ਦੁਕਾਨ ਕੀ ਸੋਜ ਸਮਾਰੀ ਆਨ। ਭਾਈਆ ਜੈ ਰਾਮ ਜੀ ਮੋਦੀ ਖਾਨੇ ਚ ਆਏ। ਜਿਹੜਾ ਉੱਥੇ ਸਮਾਨ ਪਿਆ ਹੋਇਆ ਸੀ ਖਿੰਡਿਆ ਹੋਇਆ, ਉਹ ਸਾਰਾ ਰਾਜ ਸਾਜ ਸਮਾਨ ਭਾਈਏ ਜੈ ਰਾਮ ਨੇ ਇਕੱਠਾ ਕੀਤਾ, ਸੰਭਾਲਿਆ। ਸਭੇ ਸੁਲਖਣੀ ਟਿਗ ਦਈ ਅਸ ਬਿਦ ਬਚਨ ਬਖਾਨ। ਮੋਦੀ ਖਾਨੇ 'ਚ ਜਿੰਨਾ ਰਾਸ਼ਨ ਪਿਆ ਸੀ, ਸਮੱਗਰੀ ਪਈ ਸੀ, ਉਹ ਸਾਰਾ ਕੁਝ ਇਕੱਠਾ ਕਰਕੇ ਭਾਈਆ ਜੈ ਰਾਮ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਲਿਆ ਕੇ ਦਿੱਤਾ ਔਰ ਕਿਹਾ 300 ਬਸ ਹਮਰੋ ਨਾ ਕਛ ਸੁਨ ਸਾਧਵੀ ਤਰ ਧੀਰ। ਕਹਿਣ ਲੱਗੇ ਸੁਲੱਖਣੀ ਜੀ, ਤੁਹਾਡੇ ਪਤੀ ਗੁਰੂ ਨਾਨਕ ਸਾਹਿਬ ਤੇ ਸਾਡਾ ਕੋਈ ਵਸ ਨਹੀਂ, ਉਹਨਾਂ ਤੇ ਸਾਡਾ ਕੋਈ ਜ਼ੋਰ ਨਹੀਂ, ਉਹ ਆਪਣੀ ਸਵੈ ਇੱਛਾ ਦੇ ਮਾਲਕ ਨੇ। ਤੂੰ ਆਪਣੇ ਮਨ 'ਚ ਧੀਰਜ ਧਾਰਨ ਕਰ ਔਰ ਧੀਰਜ ਧਾਰਨ ਕਰਕੇ ਉਹਨਾਂ ਦੀ ਰਜਾ ਵਿੱਚ ਰਹਿ। ਸਿਮਰੋ ਨਿਸਬਾ ਸੁਰ ਹਿਰਦੇ ਭਲੀ ਕਰੇ ਰਘੁਬੀਰ। ਸੁਲੱਖਣੀ ਜੀ ਤੁਸੀਂ ਰਾਤ ਦਿਨ ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਕਰੋ, ਭਜਨ ਕਰੋ, ਕਰਤਾਰ ਭਲੀ ਕਰੇਗਾ, ਪਰਮੇਸ਼ਰ ਭਲੀ ਕਰੇਗਾ। ਹੋਰ ਅਸੀਂ ਕੀ ਕਹਿ ਸਕਦੇ ਹਾਂ, ਕੀ ਕਰ ਸਕਦੇ ਹਾਂ? ਤੁਸੀਂ ਕਰਤਾਰ ਦਾ ਭਜਨ ਕਰੋ। ਸਵਈਆ ਲੋਕ ਬਿਲੋਕ ਤੇ ਆਨ ਕੇ ਉਸੈ। ਕਈ ਲੋਕ ਜਾ ਕੇ ਸ਼ਮਸ਼ਾਨ ਭੂਮੀ 'ਚ ਮਹਾਰਾਜ ਜੀ ਨੂੰ ਬੈਠਿਆਂ ਵੇਖਦੇ ਨੇ, ਵੇਖ ਕੇ ਫਿਰ ਉਹ ਲੋਕ ਆਉਂਦੇ ਨੇ। ਸ਼ੋਕ ਜੈ ਰਾਮ ਸੋ ਜਾਏ ਜਨਾਵੇ। ਭਾਈਏ ਜੈ ਰਾਮ ਕੋਲ ਜਾ ਕੇ ਉਹ ਆਪਣੇ ਮਨ ਦਾ ਸ਼ੋਕ ਜਣਾਉਂਦੇ ਆ, ਉਹ ਆਪਣੇ ਮਨ ਦਾ ਦੁੱਖ ਪ੍ਰਗਟ ਕਰਦੇ ਹਨ। ਜਾਨੀ ਨਾ ਜਾਏ ਪਈ ਗਤ ਕਿਆ। ਉਹ ਆ ਕੇ ਕਹਿੰਦੇ ਜੈ ਰਾਮ ਜੀ ਪਤਾ ਨਹੀਂ ਕੀ ਗਤ ਹੈ, ਕੀ ਖੇਡ ਹੈ ਗੁਰੂ ਨਾਨਕ ਸਾਹਿਬ ਦੀ, ਸਾਡੇ ਕੋਲੋਂ ਤਾਂ ਜਾਣੀ ਨਹੀਂ ਜਾਂਦੀ। ਉਹ ਧਿਆਨ ਰਹੇ ਪੁਰ ਪਾਏ ਨਾ ਪਾਵੇ। ਉਹ ਬਾਹਰ ਜੰਗਲ 'ਚ ਹੀ ਰਹਿੰਦੇ ਨੇ, ਸ਼ਮਸ਼ਾਨ 'ਚ ਹੀ ਰਹਿੰਦੇ ਨੇ, ਨਗਰ ਦੇ ਵਿੱਚ ਆਪਣੇ ਚਰਨ ਨਹੀਂ ਪਾਉਂਦੇ। ਕਈ ਦਿਨ ਹੋ ਗਏ ਨੇ ਉਹਨਾਂ ਨੂੰ ਉੱਥੇ ਬੈਠਿਆਂ। ਹੋਸ਼ ਪਾਈ ਫਰਮੋਸ਼ ਹਿਰਦੈ। ਉਹ ਸੰਸਾਰ ਦੀ ਹੋਸ਼ ਵੱਲੋਂ ਫਰਮੋਸ਼ ਹੋ ਗਏ ਨੇ, ਯਾਨੀ ਕਿ ਦੁਨੀਆਦਾਰੀ ਦੀ ਉਹਨਾਂ ਨੂੰ ਇਸ ਵੇਲੇ ਕੋਈ ਸੋਝੀ ਨਹੀਂ। ਨੈ ਘੋਸ਼ ਸੁਨੇ ਮਨ ਜੋਸ਼ ਨ ਆਵੇ। ਜੇ ਅਸੀਂ ਉਹਨਾਂ ਦੇ ਕੋਲ ਜਾ ਕੇ ਕੁਝ ਕਹਿੰਦੇ ਆ ਤੇ ਉਹ ਆਪਣੇ ਕੰਨਾਂ ਵਿੱਚ ਨਹੀਂ ਸੁਣਦੇ। ਗੋਸ਼ ਕਹਿੰਦੇ ਨੇ ਕੰਨਾਂ ਨੂੰ, ਉਹ ਨਹੀਂ ਸੁਣਦੇ ਆਪਣੇ ਕੰਨਾਂ ਨਾਲ ਕੁਝ ਵੀ। ਜੇ ਸੁਣ ਲੈਣ ਤੇ ਸੁਣ ਕੇ ਅੱਗੋਂ ਕੋਈ ਮਨ ਜੋਸ਼ ਨਾ ਆਵੇ, ਅੱਗੋਂ ਕੋਈ ਕਿਰਿਆ ਪ੍ਰਤੀਕਿਰਿਆ ਨਹੀਂ ਵਿਖਾਉਂਦੇ ਕਿ ਅਸੀਂ ਸੁਣਿਆ, ਜਾਂ ਕੋਈ ਸਿਰ ਹਿਲਾਉਂਦੇ ਹੋਣ ਜਾਂ ਕੋਈ ਗੱਲ ਕਰਦੇ ਹੋਣ। ਅਡੋਲ ਨੇਤਰ ਮੁੰਦ ਕੇ ਬੈਠੇ ਰਹਿੰਦੇ ਹਨ। ਬੋਲਤ ਬੋਲ ਨ ਕਾਹੂ ਬਿਲੋਕੇ। ਨਾ ਉਹ ਕਿਸੇ ਨਾਲ ਬੋਲਦੇ ਨੇ, ਜੇ ਕੋਈ ਕੋਲ ਜਾ ਕੇ ਬੋਲਦਾ ਤੇ ਉਹਦੇ ਵੱਲ ਵੇਖਦੇ ਵੀ ਨਹੀਂ ਹਨ, ਨੇਤਰ ਵੀ ਆਪਣੇ ਬੰਦ ਰੱਖਦੇ ਨੇ। ਨਾ ਕਿਸ ਲੋਕ ਸੋ ਭੇਦ ਬਤਾਵੇ। ਨਾ ਆਪਣੇ ਅੰਦਰ ਦੀ ਗੱਲ ਆਪਣੇ ਕਿਸੇ ਸਨੇਹੀ ਨੂੰ ਦੱਸਦੇ ਨੇ। ਉਹਨਾਂ ਦੇ ਕਈ ਮਿੱਤਰ ਨੇ ਜਿਹੜੇ ਉਹਨਾਂ ਦੇ ਕੋਲ ਬੈਠਦੇ ਨੇ, ਆਪਣੇ ਹਿਰਦੇ ਦਾ ਭੇਦ, ਆਪਣੇ ਅੰਦਰ ਦੀ ਵੇਦਨ ਉਹ ਕਿਸੇ ਨੂੰ ਪ੍ਰਗਟ ਕਰਕੇ ਵੀ ਨਹੀਂ ਸੁਣਾਉਂਦੇ। ਮਾਨਵ ਭੇਵ ਨ ਜਾਣਵ ਜੋ ਮਨ। ਜਿਹੜੇ ਬੰਦੇ ਸਤਿਗੁਰਾਂ ਦਾ ਭੇਦ ਨਹੀਂ ਜਾਣਦੇ, ਗੁਰੂ ਨਾਨਕ ਸਾਹਿਬ ਦੀ ਮਹਿਮਾ ਤੋਂ ਅਣਜਾਣ ਨਿੰਦਕ ਨੇ। ਆਨਵ ਸੋ ਨਿਜ ਕੀ ਸਠ ਤਾਈ। ਉਹ ਆਪਣੇ ਮਨ ਦੀ ਮੂਰਖਤਾਈ ਨਾਲ ਜੋ ਉਹਨਾਂ ਦੇ ਮੂੰਹ ਵਿੱਚ ਆਉਂਦਾ ਉਹ ਬੋਲਦੇ ਨੇ, ਬਕਵਾਸ ਕਰਦੇ ਨੇ। ਕੋ ਉਕਤੰ ਕਛ ਕੋ ਬਕਤੰਗ ਕਛ।
ਕੋਈ ਆਪਣੀਆਂ ਉਕਤੀਆਂ ਲਾਉਂਦਾ ਤੇ ਕੋਈ ਆਪਣੇ ਮੂੰਹ ਵਿੱਚ ਜੋ ਆਉਂਦਾ ਬਕਦਾ ਹੈ। ਬਾਵਰ ਪਾ ਕਿਦੋਂ ਭੂਤ ਲਗਾਈ। ਉਹ ਜਿਹੜੇ ਬਕਣ ਵਾਲੇ ਨੇ ਨਿੰਦਕ, ਉਹ ਕਹਿੰਦੇ ਨਾਨਕ ਬਾਵਰਾ ਹੋ ਗਿਆ। ਕੋਈ ਕਹਿੰਦਾ ਜੀ ਇਹਨਾਂ ਨੂੰ ਭੂਤ ਚਿੰਬੜ ਗਿਆ, ਕੋਈ ਆਖੈ ਭੂਤ ਨਾ ਕੋ ਕਹਿ ਬਿਤਾਲਾ, ਭਇਆ ਦੀਵਾਨਾ ਸਾਹੂਕਾਰ ਨਾਨਕ ਬਉਰਾਨਾ। ਇਹ ਨਹੀਂ ਸਨ ਜਾਣਦੇ। ਮਹਾਰਾਜ ਜੀ ਦੇ ਬਾਬਤ ਕਹਿੰਦੇ ਜੀ ਇਹ ਬਾਵਰੇ ਹੋ ਗਏ। ਕੋਈ ਕਹਿੰਦਾ ਜੀ ਇਹਨਾਂ ਨੂੰ ਭੂਤ ਚਿੰਬੜ ਗਿਆ ਹੈ। ਇਉਂ ਗੱਲਾਂ ਕਰਦੇ ਲੋਕ ਜਿਹੜੇ ਸਤਿਗੁਰਾਂ ਦੇ ਨਿੰਦਕ ਹਨ। ਨਾਨਕੀ ਏਕ ਰਹੀ ਉਰ ਮੈਂ ਥਿਰ। ਇੱਕ ਬੇਬੇ ਨਾਨਕੀ ਦਾ ਮਨ ਥਿਰ ਰਿਹਾ, ਬੇਬੇ ਨਾਨਕੀ ਦਾ ਮਨ ਅਡੋਲ ਰਿਹਾ, ਬੇਬੇ ਨਾਨਕੀ ਦਾ ਮਨ ਨਹੀਂ ਡੋਲਿਆ। ਮੇਰ ਸਮਾਨ ਨਾ ਸੋਏ ਡੁਲਾਈ। ਉਹ ਸਮੇਰ ਪਰਬਤ ਵਾਂਗੂ ਅਡੋਲ ਹੈ। ਇਹੋ ਜੀਆਂ ਨੇਕਾਂ ਹਨੇਰੀਆਂ ਚੱਲਣ, ਕਦੇ ਸਮੇਰ ਨਹੀਂ ਡੋਲਿਆ ਕਰਦਾ। ਸਮੇਰ ਪਹਾੜ ਹੈ। ਕਹਿੰਦੇ ਇਹੋ ਜੀਆਂ ਜਿੰਨੀਆਂ ਮਰਜ਼ੀ ਹਨੇਰੀਆਂ ਚੱਲਣ, ਕੋਈ ਲੋਕ ਕੁਝ ਪਿਆ ਆਖਣ, ਇਹੋ ਜੀਆਂ ਚੱਲਣ ਵਾਲੀਆਂ ਨੇਕਾਂ ਹਨੇਰੀਆਂ ਨਾਲ ਗੁਰਸਿੱਖਾਂ ਦਾ ਹਿਰਦਾ ਜਿਹੜਾ ਆਪਣੇ ਗੁਰੂ ਤੇ ਪਰਪੱਕ ਨਿਸ਼ਚਾ ਰੱਖਦਾ, ਉਹ ਸਮੇਰ ਵਾਂਗੂ ਹੁੰਦਾ। ਉਹ ਸਮੇਰ ਵਾਂਗੂ ਡਾਵਾਂ ਡੋਲ ਨਹੀਂ ਹੁੰਦੇ। ਇਉਂ ਬੇਬੇ ਨਾਨਕੀ ਦਾ ਮਨ ਹੈ। ਨਾਨਕ ਕੀ ਕ੍ਰਿਤ ਬੇਗੇ ਬਾਤ ਸੀ। ਇਸ ਵੇਲੇ ਜੋ ਗੁਰੂ ਨਾਨਕ ਸਾਹਿਬ ਕਰ ਰਹੇ ਨੇ ਨਾ, ਉਹ ਕਹਿੰਦੇ ਬੜੀ ਤੇਜ਼ ਹਵਾ ਹੈ, ਹਨੇਰੀ ਹੈ ਇਹ। ਇਸ ਵੇਲੇ ਜੋ ਗੁਰੂ ਨਾਨਕ ਪਾਤਸ਼ਾਹ ਕਰ ਰਹੇ ਨੇ, ਕਹਿੰਦੇ ਉਹ ਬੜੀ ਤੇਜ਼ ਹਨੇਰੀ ਹੈ। ਪਾਤ ਉਡੇ ਨਰ ਸੋਨ ਉਡਾਈ। ਕਹਿੰਦੇ ਜਿਹੜੇ ਪੱਤਿਆਂ ਵਾਂਗੂ ਸੀ ਨਾ ਲੋਕ, ਉਹ ਤੇ ਗਏ ਨੇ ਉੱਡ, ਪਰ ਸੋ ਨਾ ਉਡਾਈ। ਬੇਬੇ ਨਾਨਕੀ ਦਾ ਮਨ ਸਮੇਰ ਹੈ, ਉਹ ਨਹੀਂ ਉੱਡਿਆ। ਜਿਹੜੇ ਪੱਤਿਆਂ ਵਾਂਗੂ ਸੀ ਉਹ ਤੇ ਗਏ ਨੇ ਉੱਡ, ਪਰ ਬੇਬੇ ਨਾਨਕੀ ਦਾ ਮਨ ਸਮੇਰ ਸੀ, ਜਿਹੜਾ ਇਸ ਚੱਲਣ ਵਾਲੀ ਹਨੇਰੀ ਨਾਲ ਨਹੀਂ ਉੱਡਿਆ। ਯਾਨੀ ਕਿ ਬੇਬੇ ਨਾਨਕੀ ਦਾ ਨਿਸ਼ਚਾ ਅਡੋਲ ਤੇ ਪਰਪੱਕ ਰਿਹਾ ਹੈ। ਖਾਲਸਾ ਜੀ, ਜਿਨ੍ਹਾਂ ਦੇ ਨਿਸ਼ਚੇ ਅਡੋਲ ਹੁੰਦੇ ਨੇ, ਉਹ ਅਡੋਲ ਨਿਸ਼ਚੇ ਵਾਲੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਲੈਂਦੇ ਆ। ਜਿਨ੍ਹਾਂ ਦੇ ਨਿਸ਼ਚੇ ਡਾਵਾਂ ਡੋਲ ਹੋ ਜਾਣ, ਉਹ ਡਾਵਾਂ ਡੋਲ ਹੋ ਜਾਣ ਵਾਲੇ ਨਿਸ਼ਚਿਆਂ ਵਾਲੇ ਲੋਕ ਅੱਜ ਵੀ ਡਿੱਗ ਗਏ ਤੇ ਕੱਲ ਵੀ ਡਿੱਗੇ। ਬੇਬੇ ਨਾਨਕੀ ਦਾ ਹਿਰਦਾ ਅਡੋਲ ਹੈ, ਉਹ ਨਹੀਂ ਜੇ ਡੋਲਿਆ। ਡਿਗਾ ਨਾ ਡੋਲੇ, ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਐਸਾ ਨਿਸ਼ਚਾ ਬੇਬੇ ਨਾਨਕੀ ਦੇ ਹਿਰਦੇ ਵਿੱਚ ਹੈ। ਦੋਹਰਾ ਪ੍ਰਾਤ ਕਰੇ ਸੋਈ ਭਲੀ, ਬਨੇ ਨਾ ਕਹਿਨੇ ਹਮਾਰੇ। ਜੇ ਬੇਬੇ ਨਾਨਕੀ ਕੋਲ ਆ ਕੇ ਕੋਈ ਗੱਲ ਕਰਦਾ ਨਾ, ਤੇ ਬੇਬੇ ਜੀ ਪਤਾ ਕੀ ਜਵਾਬ ਦਿੰਦੇ ਅੱਗੋਂ ਬੇਬੇ ਨਾਨਕੀ ਜੀ? ਉਹ ਕਹਿੰਦੇ ਮੇਰਾ ਵੀਰ ਜੋ ਕਰ ਰਿਹਾ ਇਹੀ ਭਲਾ ਹੈ। ਉਹ ਜੋ ਕਰ ਰਹੇ ਨੇ ਭਲਾ ਕਰ ਰਹੇ ਨੇ, ਤੇ ਜੇ ਉਹ ਭਲਾ ਹੀ ਕਰ ਰਹੇ ਨੇ ਤੇ ਫਿਰ ਅਸੀਂ ਕੌਣ ਆ ਕਹਿਣ ਵਾਲੇ ਕਿ ਗੁਰੂ ਨਾਨਕ ਸਾਹਿਬ ਇੰਜ ਨਹੀਂ ਇੰਜ ਕਰੋ। ਜੇ ਉਹ ਕਰ ਹੀ ਭਲਾ ਰਹੇ ਨੇ ਤੇ ਫਿਰ ਕਿਵੇਂ ਆਖੀਏ ਉਹਨਾਂ ਨੂੰ ਇੰਜ ਨਹੀਂ ਤੇ ਇੰਜ ਕਰੋ? ਉਹ ਜੋ ਕਰ ਰਹੇ ਨੇ ਭਲਾ ਹੀ ਕਰ ਰਹੇ ਹਨ। ਵੈ ਅਲਪਗ ਸਰਬੱਗ ਕੀ, ਮੇਟੇ ਕ੍ਰਿਤ ਗਵਾਰ। ਬੇਬੇ ਜੀ ਕਹਿੰਦੇ ਅਲਪੱਗ ਬੰਦਾ ਸਰਬੱਗ ਦੀ ਕੀਤੀ ਕਾਰ ਨੂੰ ਜੇ ਮੇਟੇ ਤੇ ਸਭ ਤੋਂ ਵੱਡਾ ਮੂਰਖ ਹੁੰਦਾ। ਅਸੀਂ ਆ ਅਲਪੱਗ, ਉਹ ਨੇ ਸਰਬੱਗ। ਸਰਬੱਗ ਸਤਿਗੁਰੂ ਜੋ ਕਰ ਰਹੇ ਨੇ, ਅਸੀਂ ਅਲਪੱਗ ਜੀਵ ਆਖੀਏ ਨਾ ਜੀ ਇੰਜ ਨਾ ਕਰੋ, ਤੇ ਫਿਰ ਸਾਡੇ ਵਰਗਾ ਮੂਰਖ ਕੋਈ ਨਹੀਂ ਹੋ ਸਕਦਾ। ਇਹ ਮੂਰਖਾਂ ਦੇ ਹਿੱਸੇ ਆਉਂਦਾ ਕਿ ਸਰਬੱਗ ਦੀ ਕੀਤੀ ਕਾਰ ਦੇ ਉੱਤੇ ਅਲਪੱਗ ਜਾ ਕੇ ਕਿੰਤੂ ਪਰੰਤੂ ਕਰੇ। ਸਰਬੱਗ ਦੀ ਕੀਤੀ ਕ੍ਰਿਤ ਉੱਤੇ ਅਲਪੱਗ ਕਿੰਤੂ ਨਹੀਂ ਕਰ ਸਕਦਾ। ਉਹਨੂੰ ਪਤਾ ਹੀ ਨਹੀਂ, ਕੁਝ ਸੋਝੀ ਨਹੀਂ ਹੈ। ਹਾਂਜੀ। ਦੋਹਰਾ ਸ਼੍ਰੀ ਗੁਰ ਪਗ ਕੋ ਪ੍ਰੇਮ ਜੋ, ਉਜਲ ਸਰਸ ਮਰਾਲ। ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਅਗਲਾ ਅਧਿਆਇ ਆਰੰਭ ਕਰ ਰਹੇ ਨੇ ਔਰ ਮੰਗਲਾਚਰਨ ਕਰਦੇ ਨੇ।
ਸ਼੍ਰੀ ਗੁਰ ਪਗ ਕੋ ਪ੍ਰੇਮ ਜੋ ਉਜਲ ਸਰਸ ਮਰਾਲ। ਹੇ ਗੁਰਦੇਵ ਜੀ, ਤੁਹਾਡੇ ਚਰਨਾਂ ਦਾ ਪ੍ਰੇਮ ਉਜਲ ਸੋਹਣੇ ਹੰਸ ਦੇ ਸਮਾਨ ਹੈ। ਆਪ ਜੀ ਦੇ ਚਰਨ ਕਮਲਾਂ ਦਾ ਜਿਹੜਾ ਪ੍ਰੇਮ ਹੈ ਨਾ, ਉਜਵਲ ਚਿੱਟੇ ਰੰਗ ਦੇ ਉਜਵਲ ਹੰਸਾਂ ਦੇ ਸਰਸ ਸਮਾਨ ਹੈ। ਅਵ ਗੁਣ ਪਰ ਹਰ ਗੁਣ ਗ੍ਰਹੀ ਬਸੋ ਮੋਹੇ ਮਨ ਤਾਲ। ਮਹਾਰਾਜ ਜੀ, ਮੇਰੇ ਅਵਗੁਣਾਂ ਦਾ ਤਿਆਗ ਕਰਕੇ ਗੁਣਾਂ ਦੇ ਗ੍ਰਹਿਣ ਕਰਨ ਵਾਲੇ ਹੋ ਕੇ, ਹੇ ਗੁਰਦੇਵ ਜੀ, ਮੇਰੇ ਇਸ ਮਨ ਰੂਪੀ ਸਰੋਵਰ ਦੇ ਉੱਤੇ ਆ ਕੇ ਤੁਸੀਂ ਵਸਣਾ ਕਰੋ। ਅਵਗੁਣਾ, ਕਿਉਂਕਿ ਹੰਸ ਵਿੱਚ ਬਿਰਤੀ ਹੈ ਨਾ, ਉਹਦੇ ਅੱਗੇ ਦੁੱਧ ਰੱਖੋ, ਪਾਣੀ ਨੂੰ ਛੱਡ ਕੇ ਫੁੱਟੀਆਂ ਗ੍ਰਹਿਣ ਕਰ ਲੈਂਦਾ। ਚੁੰਝ ਪਾਉਂਦਾ ਨਾ ਦੁੱਧ 'ਚ, ਤੇ ਦੁੱਧ ਦੀਆਂ ਫੁੱਟੀਆਂ ਵੱਖਰੀਆਂ, ਪਾਣੀ ਵੱਖਰਾ ਹੋ ਜਾਂਦਾ। ਮਹਾਰਾਜ, ਤੁਹਾਡੇ ਚਰਨ ਕਮਲਾਂ ਦਾ ਪ੍ਰੇਮ ਹੰਸ ਦੇ ਸਮਾਨ ਹੈ। ਮੇਰੇ ਹਿਰਦੇ ਦੇ ਅਵਗੁਣਾਂ ਨੂੰ ਦੂਰ ਕਰਕੇ ਗੁਣਾਂ ਦਾ ਗ੍ਰਹਿਣੀ ਹੋ ਕੇ ਆਪ ਜੀ ਮੇਰੇ ਇਸ ਮਨ ਰੂਪੀ ਸਰੋਵਰ ਵਿੱਚ ਆ ਕੇ ਵਸਣਾ ਕਰੋ। ਜਿਵੇਂ ਹੰਸ ਮਾਨ ਸਰੋਵਰ ਤੇ ਵਸਦੇ ਨੇ, ਮੇਰਾ ਹਿਰਦਾ ਇਹ ਮਾਨ ਸਰੋਵਰ ਹੋ ਜਾਏ। ਤੁਸੀਂ ਹੰਸ ਬਣ ਕੇ ਤੁਹਾਡੇ ਚਰਨਾਂ ਦਾ ਪ੍ਰੇਮ ਮੇਰੇ ਇਸ ਹਿਰਦੇ ਵਿੱਚ ਆ ਵਸੇ, ਐਸਾ ਤਰਸ ਕਰੋ। ਸ਼੍ਰੀ ਬਾਲਾ ਸੰਧੂ ਆਚੇ। ਭਾਈ ਬਾਲਾ ਜੀ ਇਹ ਪਾਵਨ ਬਚਨ ਉਚਾਰਦੇ ਹਨ। ਦੋਹਰਾ ਨਿਜ ਪ੍ਰਤਕੂਲ ਬਿਲੋਕ ਕੈ ਬੋਲ ਸੁਲਖਣੀ ਦਾਸ। ਹੁਣ ਮਾਤਾ ਸੁਲੱਖਣੀ ਨੇ ਵੇਖਿਆ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਤਾਂ ਬਿਲਕੁਲ ਹੀ ਪ੍ਰਤੀਕੂਲ ਹੋ ਗਏ ਨੇ, ਉਲਟ ਹੋ ਗਏ ਨੇ। ਪਹਿਲਾਂ ਜਿਵੇਂ ਘਰ ਸੀ, ਹੁਣ ਉਹਦੇ ਤੋਂ ਬਿਲਕੁਲ ਹੀ ਉਲਟ ਹੋ ਗਏ ਨੇ। ਸ਼ਮਸ਼ਾਨ ਭੂਮੀ 'ਚ ਜਾ ਬੈਠੇ ਨੇ, ਮੋਦੀ ਖਾਨੇ ਦੀ ਕ੍ਰਿਤ ਤਿਆਗ ਦਿੱਤੀ ਹੈ। ਤੋ ਸੁਭਾਵਕ ਸੀ ਮਾਤਾ ਸੁਲੱਖਣੀ ਨੇ ਪਿੱਛੇ ਪੇਕੇ ਘਰ ਖਬਰ ਭੇਜਣੀ ਸੀ। ਉਸੇ ਵੇਲੇ ਮਾਤਾ ਸੁਲੱਖਣੀ ਨੇ ਆਪਣੇ ਘਰ ਵਿੱਚ ਕੰਮ ਕਰਨ ਵਾਲੇ ਇੱਕ ਦਾਸ ਨੂੰ ਬੋਲ ਕੇ ਸਮਝਾ ਕੇ ਸਮਝਾਈ ਸਭ ਬਾਰਤਾ ਨਹਿਰ ਪਠਾਏ ਆਵਾਸ। ਇੱਕ ਦਾਸ ਨੂੰ ਸਾਰੀ ਵਾਰਤਾ ਸਮਝਾ ਕੇ ਆਪਣੇ ਪੇਕੇ ਘਰ ਬਟਾਲੇ ਭੇਜਿਆ ਹੈ। ਮੂਲਾ ਸੁਨਤ ਕੋਟਾਲ ਕੋ ਆਵਤ ਭਇਓ ਉਤਾਲ। ਉਧਰ ਜਦੋਂ ਬਾਬੇ ਮੂਲ ਚੰਦ ਨੂੰ ਇਹ ਖਬਰ ਮਿਲੀ, ਸੁਨੇਹਾ ਮਿਲਿਆ, ਝਟ ਬਿਨਾਂ ਦੇਰੀ ਤੋਂ ਬਟਾਲੇ ਤੋਂ ਚੱਲੇ ਤੇ ਛੇਤੀ ਨਾਲ ਸੁਲਤਾਨਪੁਰ ਸਾਹਿਬ ਆ ਗਏ। ਗਿਨਤ ਗਟੀ ਔਰ ਅਟਪਟੀ ਪਾਵਤ ਕਸ਼ਟ ਵਿਸਾਲ। ਕਈ ਤਰ੍ਹਾਂ ਦੀਆਂ ਗਟੀਆਂ ਅਟਪਟੀਆਂ ਆਪਣੇ ਮਨ ਹੀ ਮਨ ਗਿਣਦੇ ਨੇ, ਔਰ ਬੜੇ ਉਤਾਵਲੇ ਤੇ ਕਾਲੇ ਹੋਏ ਟੁਰੇ ਆਉਂਦੇ ਨੇ। ਨਿਜ ਪ੍ਰੋਦਾ ਇੱਕ ਸੰਗ ਲੈ ਆਵਾ ਪੁਰ ਸੁਲਤਾਨ। ਬਾਬੇ ਮੂਲ ਚੰਦ ਦੇ ਘਰ ਦਾ ਇੱਕ ਪ੍ਰੋਹਿਤ ਸੀ ਇਹਨਾਂ ਦੀ ਕੁਲ ਦਾ, ਉਹਨੂੰ ਵੀ ਆਪਣੇ ਨਾਲ ਲਿਆ। ਬੜਾ ਦੁਖੀ ਮਨ ਹੈ ਬਾਬੇ ਮੂਲ ਚੰਦ ਦਾ, ਮਨ ਬੜਾ ਕਸ਼ਟ ਨਾਲ ਭਰਿਆ ਹੋਇਆ, ਔਰ ਬੜੇ ਦੁੱਖ ਦੇ ਨਾਲ ਚੱਲ ਕੇ ਸੁਲਤਾਨਪੁਰ ਸਾਹਿਬ ਆ ਰਹੇ ਨੇ। ਸਹਿਤ ਨਿਹ ਕੇ ਸੁਤਾਸੋ ਮਿਲਿਓ ਹਿਰਦੇ ਅਕੁਲਾਨ। ਸੁਲਤਾਨਪੁਰ ਸਾਹਿਬ ਆ ਕੇ ਬਾਬਾ ਮੂਲ ਚੰਦ ਜੀ ਪਹਿਲਾਂ ਆਪਣੀ ਧੀ ਰਾਣੀ ਨੂੰ ਬੜੇ ਸਨੇਹ ਨਾਲ ਮਿਲੇ ਨੇ। ਬੜੇ ਸਨੇਹ ਦੇ ਨਾਲ ਧੀ ਰਾਣੀ ਦੇ ਸਿਰ ਤੇ ਹੱਥ ਫੇਰਿਆ ਤੇ ਮਨ ਵਿਆਕੁਲ ਹੋਇਆ। ਆਪਣੀ ਧੀ ਦੇ ਨੇਤਰ ਸਜਲ ਹੋਏ ਵੇਖੇ ਨੇ। ਸਵਈਆ ਮਿਲ ਬੈਸ ਗਿਓ ਜਬ ਬੂਝਤ ਪਾ। ਕਹਿੰਦੇ ਬਹਿ ਗਏ ਮਿਲ ਕੇ, ਹੁਣ ਗੱਲਬਾਤ ਪੁੱਛਣ ਲੱਗੇ ਸੁਲੱਖਣੀ ਜੀ ਪਾਸੋਂ। ਤਬ ਬਾਤ ਬਖਾਨੀ ਕਰੀ ਪਿਤ ਪਾਸੂ। ਮਾਤਾ ਸੁਲੱਖਣੀ ਜੀ ਨੇ ਜੋ ਜੋ ਹੋਇਆ ਸੀ ਉਹ ਸਾਰੀ ਗੱਲਬਾਤ ਆਪਣੇ ਪਿਤਾ ਜੀ ਨੂੰ ਦੱਸੀ। ਪਤੀ ਵੇਖ ਫਕੀਰ ਸਰੀਰ ਤਰਾ। ਕਹਿਣ ਲੱਗੀ, ਬਾਪੂ ਜੀ, ਪਤੀ ਦੇਵ ਜੀ ਨੇ ਆਪਣੇ ਸਰੀਰ ਤੇ ਫਕੀਰੀ ਲਿਬਾਸ ਧਾਰਨ ਕਰ ਲਿਆ। ਉਹ ਫਕੀਰ ਬਣ ਗਏ ਨੇ,
ਉਹਨਾਂ ਨੇ ਫਕੀਰਾਂ ਵਾਂਗੂ ਸਰੀਰ ਤੇ ਲਿਬਾਸ ਧਾਰਨ ਕਰ ਲਿਆ ਹੈ। ਤਨ ਦੀਨ ਲੁਟਾਏ ਕੇ ਛੋਰੇ ਆਵਾਸੂ। ਮੋਦੀ ਖਾਨਾ ਲੁਟਾ ਦਿੱਤਾ ਹੈ, ਧਨ ਲੁਟਾ ਦਿੱਤਾ ਹੈ ਤੇ ਘਰ-ਬਾਰ ਛੱਡ ਕੇ ਦਿਨ ਤੀਨ ਰਹੇ ਮਦ ਨੀਰ ਨਦੀ। ਪਹਿਲਾਂ ਨਦੀ ਦੇ ਵਿੱਚ ਜਾ ਕੇ 3 ਦਿਨ ਰਹੇ, ਵੇਈ ਵਿੱਚੋਂ ਹੀ 3 ਦਿਨ ਨਹੀਂ ਨਿਕਲੇ। ਪੁਨ ਤੀਰ ਆਏ ਨਾ ਛੋਇਓ ਜਲ ਜਾਸੂ। ਤੇ ਫਿਰ ਨਦੀ ਦੇ ਕਿਨਾਰੇ ਤੇ ਬਾਹਰ ਆ ਕੇ ਪ੍ਰਗਟ ਹੋ ਗਏ, ਪਾਣੀ ਨੇ ਉਹਨਾਂ ਨੂੰ ਛੂਹਿਆ ਹੀ ਨਹੀਂ। ਮੰਨ 3 ਦਿਨ ਭਲਾ ਪਿਤਾ ਜੀ ਕੌਣ ਪਾਣੀ 'ਚ ਰਹਿ ਸਕਦਾ ਹੈ, ਪਰ ਉਹ ਰਹਿ ਕੇ ਆਏ ਹਨ। ਥਲ ਘੋਰ ਮੜੀ ਮੈਂ ਆਸਨ ਕੀਨ। ਤੇ ਉੱਥੋਂ ਆਉਣ ਤੋਂ ਬਾਅਦ ਉਹਨਾਂ ਨੇ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਮੜੀਆਂ ਵਿੱਚ ਆਪਣਾ ਆਸਣ ਲਾ ਲਿਆ। ਕਹੇ ਨਾ ਸੁਨੇ ਜੋ ਭਨੇ ਕਛਤਾਸੂ। ਉਹਨਾਂ ਕੋਲ ਜਾ ਕੇ ਕੋਈ ਗੱਲ ਕਹੇ, ਉਹ ਨਾ ਕਿਸੇ ਦਾ ਕਹਿਣਾ ਸੁਣਦੇ ਨੇ, ਨਾ ਹੀ ਕਿਸੇ ਨਾਲ ਕੁਝ ਬੋਲਦੇ ਹਨ। ਜੋ ਪਈ ਸੁਨ ਤਨ ਜਾਬਾਨੀ ਨਿਜ ਕਾਨਾ। ਇਹ ਬਚਨ ਮਾਤਾ ਸੁਲੱਖਣੀ ਜੀ ਦੇ ਬਾਬਾ ਮੂਲ ਚੰਦ ਸਾਹਿਬ ਨੇ ਸੁਣੇ ਹਨ। ਭਇਓ ਕ੍ਰੋਧ ਮੈਂ ਬੋਗਲ ਤਾਨਾ। ਬਾਬਾ ਮੂਲ ਚੰਦ ਜੀ ਦਾ ਹਿਰਦਾ ਕ੍ਰੋਧ ਨਾਲ ਭਰ ਗਿਆ, ਗੁੱਸੇ ਦੇ ਨਾਲ ਬੁੱਲ ਫਰਕਣ ਲੱਗੇ। ਫਰਕਤ ਅਦਰ ਲਾਲ ਕੀਏ ਨੈਣਾ। ਅੱਖਾਂ ਲਾਲ ਸੁਰਖ ਹੋ ਗਈਆਂ, ਭੌਹਾਂ ਚੜ ਗਈਆਂ, ਬੁੱਲ ਫਰਕਦੇ ਹਨ ਗੁੱਸੇ ਨਾਲ। ਮੁਖ ਤੇ ਬੋ ਬੋਲਤ ਦੁਰਬੈਨਾ। ਔਰ ਆਪਣੇ ਮੂੰਹੋਂ ਜਿਹੜਾ ਬੋਲ ਆਉਂਦਾ ਦੁਰਬੈਨ, ਉਹੀ ਮਾੜਾ ਬੋਲ ਬਾਬਾ ਮੂਲ ਚੰਦ ਜੀ ਮੂੰਹੋਂ ਬੋਲਦੇ ਹਨ। ਦਰਬ ਲੁਟਾਵਨ ਕੀ ਸੁਧ ਸੁਨ ਕੇ। ਜਦੋਂ ਸੁਣਿਆ ਵੀ ਮੋਦੀ ਖਾਨੇ ਦੇ ਵਿੱਚੋਂ ਪੈਸਾ ਵੀ ਲੁਟਾ ਦਿੱਤਾ, ਸਾਰਾ ਪੈਸੇ ਵੀ ਸਾਰੇ ਲੁਟਾ ਦਿੱਤੇ ਨੇ, ਜਿਹੜਾ ਵਾਧਾ ਨਿਕਲਿਆ ਸੀ ਉਹ ਵੀ ਨਹੀਂ ਲੈ ਕੇ ਆਏ। ਸਹਿ ਨਾ ਸਕਿਓ ਗਮਨਿਓ ਸਿਰ ਧੁਨ ਕੇ। ਸਿਰ ਧੁਨਿਆ, ਇਹ ਗੱਲ ਸਹਿ ਨਾ ਸਕੇ ਬਾਬਾ ਮੂਲ ਚੰਦ ਜੀ। ਬੇਦੀ ਕੁਲ ਕੋ ਕਲਸ ਸੁਹਾਵਨ। ਉੱਥੇ ਚੱਲ ਕੇ ਗਏ ਸਿੱਧੇ ਆਪਣੇ ਨਾਲ ਆਪਣੇ ਕੁਲ ਦੇ ਪੁਰੋਹਿਤ ਨੂੰ ਲੈ ਕੇ, ਜਿੱਥੇ ਬੇਦੀਆਂ ਦੀ ਕੁਲ ਦੇ ਕਲਸ਼ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੋਭਨੀਕ ਨੇ ਸ਼ਮਸ਼ਾਨ ਭੂਮੀ ਵਿੱਚ। ਜੈ ਬੈਸੇ ਜਿਨ ਕੀਰਤ ਪਾਵਨ। ਐਸੇ ਸਤਿਗੁਰੂ ਜੀ ਜਿੱਥੇ ਬੈਠੇ ਨੇ, ਜਿਨ੍ਹਾਂ ਦੀ ਮਹਾਨ ਕੀਰਤੀ, ਮਹਾਨ ਵਡਿਆਈ ਤੇ ਉਪਮਾ ਸਾਰੇ ਜਗਤ ਵਿੱਚ ਪਸਰ ਰਹੀ ਹੈ। ਤਾਂ ਆਏ ਬੋਲਿਓ ਦੁਰਬਾਨੀ। ਉੱਥੇ ਆ ਕੇ ਬਾਬਾ ਮੂਲ ਚੰਦ ਜੀ ਦੇ ਮੂੰਹੋਂ ਜਿਹੜੇ ਬੋਲ ਨਿਕਲੇ, ਬੋਲੇ ਤੂੰ ਜਨਮਿਓ ਹਾਨੀ ਕੁਲ ਕਾਨੀ। ਕਹਿਣ ਲੱਗੇ ਤੂੰ ਕਾਹਨੂੰ ਜੰਮਿਆ ਸੀ? ਆਪਣੀ ਕੁਲ ਦਾ ਹਾਨ ਕਰਨ ਲਈ, ਆਪਣੀ ਕੁਲ ਦੇ ਉੱਤੇ ਕਲੰਕ ਲਾਉਣ ਲਈ। ਹੇ ਕੁਲ ਹਾਨੀਆਂ, ਤੂੰ ਕਿਉਂ ਜਨਮਿਆ ਸੀ? ਮਾਤ ਪਿਤਾ ਕੀ ਦਾਹਤ ਛਾਤੀ। ਤੈਂ ਆਪਣੇ ਮਾਂ ਪਿਓ ਦੀ ਛਾਤੀ ਨੂੰ ਸਾੜਦਾ ਰਿਹਾ, ਹੁਣ ਤਾਈਂ ਹੁਣ ਸਾਡੀ ਛਾਤੀ ਨਾਲ ਸਾੜਦਾ ਹੈ। ਅਲਪ ਬੈਸ ਤੇ ਤੂੰ ਧਨ ਘਾਤੀ। ਮੈਂ ਤੇਰੀਆਂ ਸਾਰੀਆਂ ਖਬਰਾਂ ਸੁਣੀਆਂ ਨੇ, ਛੋਟੀ ਉਮਰ ਤੋਂ ਹੀ ਜਦੋਂ ਤੂੰ ਹਾਲੇ ਬੋਲਣਾ ਨਹੀਂ ਸੀ ਸਿੱਖਿਆ, ਉਦੋਂ ਦਾ ਹੀ ਤੂੰ ਘਰ ਉਜਾੜੂ ਹੈ। ਉਦੋਂ ਹੀ ਕਦੇ ਘਰੋਂ ਲੋਟਾ ਚੁੱਕ ਕੇ ਦਾਨ ਕਰ ਆਉਂਦਾ ਸੀ, ਕਦੇ ਹੱਥ ਵਿੱਚ ਪਾਈ ਮੁੰਦਰੀ ਕਿਸੇ ਨੂੰ ਦੇ ਆਉਂਦਾ ਸੀ, ਕਦੇ ਗਲ 'ਚ ਪਾਈ ਮੋਤੀਆਂ ਦੀ ਮਾਲਾ ਕਿਸੇ ਨੂੰ ਦਾਨ ਕਰ ਆਉਂਦਾ ਸੀ। ਤੂੰ ਮੁੱਢ ਤੋਂ ਹੀ ਘਰ ਉਜਾੜੂ ਹੈ। ਦੋਹਰਾ ਬਿਨ ਗੁਣ ਪਰਖੇ ਬਿਨ ਪਿਖੇ। ਸੁਤਾ ਕੀਨ ਸਨ ਬੰਦੇ। ਮੈਂ ਤੇਰਾ ਕੋਈ ਗੁਣ ਨਹੀਂ ਪਰਖਿਆ, ਤੈਨੂੰ ਪਹਿਲਾਂ ਮਿਲਿਆ ਨਹੀਂ, ਵੇਖਿਆ ਨਹੀਂ। ਇਹ ਮੇਰੀ ਹੀ ਗਲਤੀ ਹੈ ਕਿ ਮੈਂ ਤੈਨੂੰ ਬਿਨਾਂ ਵੇਖਿਆ, ਬਿਨਾਂ ਮਿਲਿਆ, ਬਿਨਾਂ ਪਰਖਿਆ ਆਪਣੀ ਧੀ ਦਾ ਸੰਬੰਧ ਦੇ ਦਿੱਤਾ। ਤਬ ਕੋ ਮੈਂ ਦੁੱਖ ਪਾਇਓ ਸੁਖ ਨਾ ਪਿਖਿਓ ਪੇਸੰਦ। ਜਦੋਂ ਦਾ ਮੈਂ ਆਪਣੀ ਧੀ ਦਾ ਸੰਬੰਧ ਤੇਰੇ ਨਾਲ ਜੋੜਿਆ, ਉਦੋਂ ਦਾ ਮੈਂ ਇੱਕ ਦਿਨ ਵੀ ਸੁੱਖ ਨਹੀਂ ਵੇਖਿਆ। ਮੈਨੂੰ ਮੇਰੀ ਧੀ ਦੇ ਘਰੋਂ ਕਦੇ ਠੰਡੀ ਹਵਾ ਨਹੀਂ ਆਈ। ਉਸ ਦਿਨ ਤੋਂ ਬਾਅਦ ਮੈਂ ਕਦੇ ਸੁੱਖ ਨਹੀਂ ਵੇਖੇ। ਜੋ ਪਈ ਪਿਤਾ ਸਮਾਨ ਜਾਨ ਗੁਣ ਐਨਾ। ਬਾਬੇ ਮੂਲ ਚੰਦ ਨੇ ਇਹੀ ਕੁਝ ਤਾਂ ਨਹੀਂ ਸੀ ਆਖਿਆ ਹੋਣਾ, ਗੱਲਾਂ ਹੋਰ ਵੀ ਬਹੁਤ ਕੀਤੀਆਂ ਜੋ ਮਾਂ ਕਵੀ ਜੀ ਨੇ ਨਹੀਂ ਵਰਣਨ ਕੀਤੀਆਂ, ਭਾਈ ਬਾਲਾ ਜੀ ਨੇ ਨਹੀਂ ਸੁਣਾਈਆਂ। ਕੋਈ ਸਿੱਖ ਨਹੀਂ ਕਹਿ ਸਕਦਾ ਉਹ ਸ਼ਬਦ, ਪਰ ਜਗਤ ਗੁਰੂ ਬਾਬਾ ਜੀ ਨੇ
ਆਪਣੇ ਸਹੁਰੇ ਬਾਬਾ ਮੂਲ ਚੰਦ ਜੀ ਨੂੰ ਪਿਤਾ ਸਮਾਨ ਜਾਣਦੇ ਆ ਵੀ ਇਹ ਵੀ ਮੇਰੇ ਪਿਤਾ ਜੀ ਵਾਂਗੂ ਹਨ। ਮਰਿਆਦਾ ਪੁਰਸ਼ੋਤਮ ਸਤਿਗੁਰੂ ਜੀ ਨੇ ਬਾਬੇ ਮੂਲ ਚੰਦ ਦੀਆਂ ਕਈਆਂ ਗੱਲਾਂ ਦਾ ਕੋਈ ਪਲਟਵਾਂ ਜਵਾਬ ਨਹੀਂ ਦਿੱਤਾ। ਕਹਿਣ ਨੂੰ ਸਤਿਗੁਰੂ ਬਹੁਤ ਕੁਝ ਕਹਿ ਸਕਦੇ ਨੇ। ਗਰੀਬ ਨਵਾਜ ਪਾਤਸ਼ਾਹ ਮਰਿਆਦਾ ਪੁਰਸ਼ੋਤਮ ਨੇ ਉਸ ਵੇਲੇ ਗੁਰਦੇਵ ਨੇ ਅੱਗੋਂ ਕੋਈ ਪਲਟਵਾਂ ਜਵਾਬ ਨਹੀਂ ਦਿੱਤਾ। ਤੂਸ਼ਨ ਰਹੇ ਨਾ ਬੋਲੇ ਬੈਨਾ, ਮਹਾਰਾਜ ਜੀ ਚੁੱਪ ਹੀ ਰਹੇ, ਮੂੰਹੋਂ ਕੁਝ ਨਹੀਂ ਬੋਲੇ। ਬਹੁਤ ਦੁਰ ਬਚਨ ਭਾਖ ਕਰ ਮੂਲਾ, ਬਾਬਾ ਮੂਲ ਚੰਦ ਜੀ ਬੋਲਦੇ ਰਹੇ ਬਹੁਤ ਸਾਰੇ ਦੁਰਬਚਨ ਕਹੇ। ਪੁਰ ਆਵਾ ਜੈ ਮਤ ਪ੍ਰਤੀਕੂਲਾ, ਕਹਿ ਕੇ ਨਾ ਬਹੁਤ ਕੁਝ ਗੱਲਾਂ ਕਰਨ ਤੋਂ ਬਾਅਦ ਫਿਰ ਵਾਪਸ ਆ ਗਏ ਆਪਣੇ ਨਗਰ ਦੇ ਵਿੱਚ, ਜਿਨ੍ਹਾਂ ਦੀ ਮਤ ਬੜੀ ਪ੍ਰਤੀਕੂਲ ਤੇ ਉਲਟ ਹੈ ਸਤਿਗੁਰਾਂ ਤੋਂ। ਭੇਵ ਨ ਲਖੇ ਈਸ਼ ਜਗ ਦੇਵੰਗ, ਬਾਬਾ ਮੂਲ ਚੰਦ ਜੀ ਵਾਪਸ ਨਗਰ ਸੁਲਤਾਨਪੁਰ ਸਾਹਿਬ ਚ ਆ ਗਏ, ਘਰ ਮਾਤਾ ਸੁਲੱਖਣੀ ਕੋਲੇ। ਤੇ ਜਿਨ੍ਹਾਂ ਨੂੰ ਭੇਦ ਦਾ ਨਹੀਂ ਪਤਾ, ਸਤਿਗੁਰਾਂ ਦੀ ਮਹਿਮਾ ਨੂੰ ਨਹੀਂ ਜਾਣਦੇ, ਰਿਸ ਸੋ ਛਾਤੀ ਜਰਤ ਸਦੈਵੰਗ, ਹਿਰਦਾ ਬੜੇ ਗੁੱਸੇ ਨਾਲ ਸੜਦਾ ਤੇ ਬਲਦਾ ਹੈ। ਪੂਰ ਬਿਸੂਰੇ ਗਟੀ ਗੁਨੰਤਾ, ਕਈ ਤਰ੍ਹਾਂ ਦੇ ਝੋਰਿਆਂ ਨਾਲ ਝੁਰਦੇ ਨੇ ਤੇ ਕਈ ਤਰ੍ਹਾਂ ਦੀਆਂ ਗਿਣਤੀਆਂ ਆਪਣੇ ਮਨ 'ਚ ਗਿਣਦੇ ਹਨ। ਬਿਨਾ ਲਖੇ ਅਤ ਹੋਏ ਦੁਖਵੰਤਾ, ਬਿਨਾ ਜਾਣੇ ਸਤਿਗੁਰਾਂ ਦੀ ਮਹਿਮਾ ਨੂੰ ਇਹ ਦੁਖੀ ਹੋ ਰਹੇ ਹਨ। ਦੋਹਰਾ ਜੈ ਦਿਜ ਕੀ ਸੰਗਤ ਕਰਤ, ਤੈਂ ਟਿਗ ਬੈਸੇ ਹੋ ਜਾਏ। ਜਿਹੜਾ ਇਹਨਾਂ ਦੀ ਕੁਲ ਦਾ ਪ੍ਰੋਹਿਤ ਸੀ ਉਹਦੇ ਕੋਲ ਆ ਕੇ ਬਾਬਾ ਮੂਲ ਚੰਦ ਜੀ ਬਹਿ ਗਏ, ਕਿਉਂਕਿ ਉਹਦੀ ਸੰਗਤ ਕਰਦੇ ਸੀ, ਉਹਦਾ ਸਤਿਕਾਰ ਕਰਦੇ ਸੀ। ਉਹਦੇ ਕੋਲ ਆ ਕੇ ਬਾਬਾ ਮੂਲ ਚੰਦ ਜੀ ਬਹਿ ਕੇ ਆਪਣਾ ਦੁੱਖ ਰੋਣ ਲੱਗੇ। ਮਨ ਕੇ ਦੁੱਖ ਵਰਣਨ ਕਰੇ, ਰੋਤ ਪਇਓ ਦੁੱਖ ਪਾਏ। ਆਪਣੇ ਮਨ ਦੇ ਦੁੱਖ ਵਰਣਨ ਕਰਨ ਲੱਗੇ ਤੇ ਰੁਦਨ ਕਰਨ ਲੱਗੇ। ਸੋਰਠਾ ਏਕ ਦਿਵਸ ਸੁਖ ਨਾਹੀ, ਜਬ ਕੀ ਸੁਤਾ ਵਿਵਾਦਈ। ਕਹਿਣ ਲੱਗੇ ਪੰਡਤ ਜੀ ਕੀ ਦੱਸਾਂ, ਜਿਸ ਦਿਨ ਦੀ ਮੈਂ ਆਪਣੀ ਧੀ ਵਿਆਹੀ ਹੈ ਇੱਥੇ, ਇੱਕ ਦਿਨ ਵੀ ਮੈਨੂੰ ਸੁੱਖ ਨਸੀਬ ਨਹੀਂ ਹੋਇਆ। ਬੈਸਿਓ ਗੋਰਨ ਮਾਏ, ਤਜ ਤਰਨੀ ਘਰ ਕਾਰ ਸਭ। ਆਪਣਾ ਸਾਰਾ ਘਰ-ਬਾਰ ਛੱਡ ਕੇ, ਬੱਚਿਆਂ ਨੂੰ, ਘਰਵਾਲੀ ਨੂੰ, ਦੁਕਾਨ ਨੂੰ ਛੱਡ ਕੇ ਤੇ ਬਾਹਰ ਜਾ ਕੇ ਮੜੀਆਂ 'ਚ ਕਬਰਾਂ 'ਚ ਬੈਠੇ ਹੋਏ ਨੇ। ਦੋਹਰਾ ਸੁਨ ਕਰ ਆਤੁਰ ਬਚਨ ਤੇ, ਦਿਜ ਬਰ ਕੀਓ ਪਿਆਨ। ਪੰਡਤ ਜੀ ਨੇ ਬਚਨ ਸੁਣੇ, ਵੇਖਿਆ ਮੂਲ ਚੰਦ ਦੁਖੀ ਹੈ। ਕਹਿਣ ਲੱਗੇ ਮੂਲ ਚੰਦ ਕੋਈ ਨਹੀਂ, ਹੌਸਲਾ ਰੱਖ, ਮੈਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਦਾ, ਮੈਂ ਜਾ ਕੇ ਉਹਨਾਂ ਨੂੰ ਪੁੱਛਦਾ ਹਾਂ। ਚਲੋ ਤਿਸੇ ਸਮਝਾਏ, ਅਸ ਬਿਦ ਕਰਤ ਬਖਾਨ। ਚਲੋ ਆਪਾਂ ਦੋਵੇਂ ਚੱਲਦੇ ਹਾਂ, ਤੂੰ ਵੀ ਚੱਲ ਮੇਰੇ ਨਾਲ। ਆਪਾਂ ਚੱਲ ਕੇ ਨਾਨਕ ਨੂੰ ਸਮਝਾਉਨੇ ਆ, ਉਹਨੂੰ ਕਹਿੰਦੇ ਆ ਵੀ ਏਦਾਂ ਦੇ ਕੰਮ ਨਹੀਂ ਕਰੀਦੇ। ਮੈਂ ਵੀ ਧਰਮੀ ਹਾਂ, ਪੰਡਤ ਹਾਂ, ਸ਼ਾਸਤਰ ਪੜ੍ਹੇ ਹੋਏ ਨੇ। ਮੈਂ ਜਾ ਕੇ ਗੱਲਬਾਤ ਕਰਦਾ ਹਾਂ ਉਹਨਾਂ ਨਾਲ, ਉਹਨਾਂ ਨੂੰ ਸਮਝਾਉਂਦਾ, ਏਦਾਂ ਪਰਿਵਾਰ ਛੱਡ ਕੇ, ਕੰਮਕਾਰ ਛੱਡ ਕੇ, ਸ਼ਮਸ਼ਾਨ ਭੂਮੀ ਵਿੱਚ ਆ ਕੇ ਫਕੀਰੀ ਲਿਬਾਸ ਧਾਰਨ ਕਰਕੇ ਬਹਿਣਾ ਠੀਕ ਨਹੀਂ। ਇਹ ਗੱਲਾਂ ਬਾਤਾਂ ਚੱਲ ਕੇ ਕਰਦੇ ਆ, ਵੇਖਦੇ ਆ ਅੱਗੋਂ ਕੀ ਕਹਿੰਦੇ ਆ, ਕੀ ਜਵਾਬ ਦਿੰਦੇ ਆ। ਹੋ ਸਕਦਾ ਮੇਰੀ ਗੱਲ ਮੰਨ ਲੈਣ। ਬਾਬਾ ਮੂਲ ਚੰਦ ਜੀ ਨੇ ਆਖਿਆ ਠੀਕ ਹੈ ਪੰਡਤ ਜੀ, ਆਪਾਂ ਚੱਲੀਏ। ਇਹ ਚੱਲ ਕੇ ਸਤਿਗੁਰਾਂ ਦੇ ਪਾਸ ਆਏ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਰਸਨਾ ਤੋਂ ਪਾਵਨ ਮੁਬਾਰਕ ਬਚਨ ਬਸੰਤ ਰਾਗ ਨੂੰ ਉਚਾਰਨ ਕਰਕੇ ਉਪਦੇਸ਼ ਦੇ ਰਹੇ ਨੇ। ਇਸ ਪੰਡਤ ਦਾ ਵੀ ਭਲਾ ਹੋ ਰਿਹਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸੀ ਹੇ ਪੁਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸੀ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੇ ਸਦਾ ਬਬੀਤ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਿਆਰੇ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰੇ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲੇ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰੇ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰੇ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।